ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਰੂ ਕਰਦੇ ਹਾਂ ਜੀ ਬਿਨਾਂ ਦੇਰੀ ਕੀਤੇ ਅੱਜ ਦੇ ਪ੍ਰਸ਼ਨ ਅਸੀਂ। ਪ੍ਰਸ਼ਨ ਨੰਬਰ 1 ਜੀ, ਰਾਣਾ ਸੂਰਤ ਸਿੰਘ, ਠੀਕ ਹੈ ਜੀ, ਜਿਹੜਾ ਕਿ ਭਾਈ ਵੀਰ ਸਿੰਘ ਦਾ ਲਿਖਿਆ ਹੋਇਆ, ਪਹਿਲਾਂ ਟਰੈਕਟਾਂ ਦੇ ਰੂਪ 'ਚ ਛਪਿਆ, ਠੀਕ ਹੈ ਜੀ, 1905 ਦੇ ਦੌਰਾਨ। ਉਸ ਤੋਂ ਬਾਅਦ 1919 ਦੇ ਵਿੱਚ ਮਤਲਬ ਕੀ ਹੈ, ਪੂਰਾ ਕੀ ਹੈ, ਕਾਵਿ ਸੰਗ੍ਰਹਿ ਜਾਂ ਮਤਲਬ ਕਹਿ ਦਈਏ ਕਿਤਾਬ ਦੇ ਵਿੱਚ ਛਪਿਆ, ਜਿਸ ਨੂੰ ਰੋਂਦੂ ਸਾਹਿਤ ਕਿਹਾ ਪ੍ਰਿੰਸੀਪਲ ਤੇਜਾ ਸਿੰਘ ਨੇ, ਠੀਕ ਹੈ ਜੀ। ਉਹ ਕਹਿੰਦੇ ਰੋਂਦੂ ਸਾਹਿਤ ਹੈਗਾ ਵਾ, ਮਤਲਬ ਕਾਫੀ ਸਰੋਦੀ ਜਾਂ ਕਹਿ ਦਈਏ ਮਤਲਬ ਕੀ ਆ ਦਿਲਾਸਾ ਜਿਹੜੀ ਹੈਗੀ ਰਾਜ ਕੌਰ ਉਹਨੂੰ, ਹੈ ਨਾ। ਮੈਂ ਕੱਲ੍ਹ ਵੀ ਇਹ ਪ੍ਰਸ਼ਨ ਸੀਗਾ ਪਾਇਆ ਸੀਗਾ ਆਪਾਂ, ਮਤਲਬ ਕੀ ਆ ਸਿੱਖ ਵਿਧਾਨ ਅਨੁਸਾਰ ਮਤਲਬ ਕੀ ਆ ਦਿਲਾਸਾ ਦਿੱਤਾ ਗਿਆ, ਹੈ ਨਾ, ਮਤਲਬ ਇੱਕ ਵਿਧਵਾ ਨੂੰ ਮਤਲਬ। ਤਾਂ ਪ੍ਰਿੰਸੀਪਲ ਤੇਜਾ ਸਿੰਘ ਜੀ ਨੂੰ ਰੋਂਦੂ ਸਾਹਿਤ ਕਹਿੰਦੇ ਹੈਗੇ। ਅੱਗੇ ਹੈਗਾ ਰੂਹਾਨੀ ਮੰਜ਼ਲਾਂ, ਠੀਕ ਹੈ ਜੀ, ਨਸੂਤ, ਮਲਕੂਤ, ਜਬਰੂਤ ਅਤੇ ਲਹੂਤ। ਮੈਂ ਦੇਖਿਆ ਕਿ ਕਈ ਵਾਰੀ ਨਾ ਟੈਸਟ ਵਗੈਰਾ ਜਿਹੜੇ ਹੁੰਦੇ ਨੇ ਆਪਣੇ ਔਨਲਾਈਨ ਸਾਥੀ ਟੈਸਟ ਲੈਂਦੇ ਹੈਗੇ ਨੇ, ਉਹ ਪੁੱਛ ਲੈਂਦੇ ਆ ਦੂਜੀ ਮੰਜ਼ਿਲ ਕਿਹੜੀ ਆ, ਤੀਜੀ ਮੰਜ਼ਿਲ ਕਿਹੜੀ ਆ, ਠੀਕ ਹੈ। ਤਾਂ ਤੁਸੀਂ ਇਹਨਾਂ ਨੂੰ ਇੱਕ ਯਾਦ ਕਰ ਲਿਓ, ਠੀਕ ਹੈ। ਮੈਂ ਇੱਦਾਂ ਯਾਦ ਕੀਤੇ ਹੋਏ ਆ ਇਹ ਨਮਜ਼ਲ, ਠੀਕ ਹੈ। ਨਮ ਮਤਲਬ ਕੀ ਆ, ਨਸੂਤ ਆਉਣਾ ਮੂਹਰੇ, ਫਿਰ ਮਲ ਕੀ ਆ, ਮਲਕੂਤ ਅਤੇ ਜਬਰੂਤ ਅਤੇ ਲਹੂਤ। ਨਮਜ਼ਲ ਦੇ ਟਰੈਕ ਰਾਹੀਂ ਇਹਨੂੰ ਤੁਸੀਂ ਕੀ ਆ ਯਾਦ ਰੱਖ ਲਿਓ, ਠੀਕ ਹੈ ਜੀ। ਹਾਂਜੀ, ਅੱਗੇ ਜੀ ਨੌਜਵਾਨ ਸਭਾ, ਜਿਹੜਾ ਨੌਜਵਾਨ ਲੇਖਕ ਪੁਰਸਕਾਰ ਹੈਗਾ ਵਾ, ਕੌਣ ਦਿੰਦੀ ਆ? ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਿੰਦੀ ਆ, ਲੇਖਕਾਂ ਦੇ ਨਾਮ 'ਤੇ, ਠੀਕ ਆ ਜੀ। ਹੱਥ ਸਫਲਾ ਮੌਤ ਦੀ ਰਸਮ ਹੈਗੀ ਜੀ। ਹੱਥ ਸਫਲਾ ਕਰਨਾ ਮੌਤ ਦੀ ਰਸਮ, ਮਤਲਬ ਮੈਨੂੰ ਜਿੱਥੋਂ ਤੱਕ ਮੇਰਾ ਲੱਗਦਾ ਹੈਗਾ, ਮੈਨੂੰ ਲੱਗਦਾ ਹੈਗਾ, ਮੈਂ ਪੜ੍ਹਿਆ ਸੀਗਾ ਕਿ ਮੌਤ ਦੀ ਜਿਹੜੀ ਰਸਮ ਹੈਗੀ ਆ, ਤਾਂ ਮਤਲਬ ਜਿਹੜਾ ਮਰ ਜਾਂਦਾ ਬੰਦਾ ਹੈ ਨਾ, ਉਹਦੇ ਹੱਥੋਂ ਮਤਲਬ ਕੀ ਹੈ ਗਊ ਦਾਨ ਕਰਵਾਉਂਦੇ ਹੁੰਦੇ ਹੈ ਨਾ, ਮਤਲਬ ਤਾਂ ਉਹਦੇ ਹੱਥੋਂ ਮਤਲਬ ਪੈਸੇ ਦੇ ਕੇ ਜਾਂ ਕੁਛ ਇੱਦਾਂ ਕਾਰਜ ਕਰਾਉਂਦੇ ਹੁੰਦੇ ਆ, ਜਿਹਨੂੰ ਹੱਥ ਸਫਲਾ ਮਤਲਬ ਰਸਮ ਜਿਹੜੀ ਆ ਮੰਨੀ ਜਾਂਦੀ ਹੈ। ਮੇਰੇ ਮੁਤਾਬਕ ਤਾਂ ਇਹੀ ਹੈ ਜੀ, ਬਾਕੀ ਤੁਸੀਂ ਦੇਖ ਲਿਓ, ਹੈ ਨਾ, ਕਿਉਂਕਿ ਮੈਂ ਇਹ ਰਸਮ ਪੜ੍ਹੀ ਹੋਈ ਆ। ਅੱਗੇ ਜੀ ਕਪੂਰ ਸਿੰਘ ਘੁੰਮਣ ਅਣਜਾਣ ਤਖੱਲਸ ਵਰਤਦਾ ਰਿਹਾ, ਠੀਕ ਹੈ ਜੀ। ਅਣਜਾਣ ਤਖੱਲਸ ਵੀ ਲਗਾਉਂਦਾ ਸੀਗਾ ਆਪਣੇ ਨਾਮ ਦੇ ਨਾਲ। ਅੱਗੇ ਜੀ ਫਨੀਮ ਸੰਕਲਪ ਦਿੱਤਾ ਹੋਇਆ ਪ੍ਰਾਗ ਸਕੂਲ ਦਾ। ਅਪੋਹ ਸਿਧਾਂਤ ਜਿਵੇਂ ਸੀ ਬੋਧੀ ਸਕੂਲ ਦਾ ਸੀ, ਠੀਕ ਹੈ ਜੀ, ਅਤੇ ਫਨੀਮ ਸੰਕਲਪ ਜਿਹੜਾ ਦਿੱਤਾ ਹੋਇਆ ਵਾ ਭਾਸ਼ਾ ਨਾਲ ਸੰਬੰਧਿਤ, ਉਹ ਜਿਹੜਾ ਵਾ ਪ੍ਰਾਗ ਸਕੂਲ ਦਾ ਹੈਗਾ ਵਾ। ਅੱਗੇ ਜੀ ਘਰ ਦਾ ਪਿਆਰ ਦੇ ਵਿੱਚ 10 ਲੇਖ ਹੈਗੇ ਨੇ, ਪ੍ਰਿੰਸੀਪਲ ਤੇਜਾ ਸਿੰਘ ਜੀ ਦੁਆਰਾ ਲਿਖਿਆ ਗਿਆ, ਹੈ ਨਾ। ਤਾਂ ਇਹ ਤੁਸੀਂ ਪੜ੍ਹ ਲਿਓ, ਠੀਕ ਹੈ ਜੀ। ਘਰ ਦੇ ਪਿਆਰ ਨੂੰ ਤੁਸੀਂ ਨਾ ਇੱਕ ਵਾਰੀ ਨਿਬੰਧ ਨੂੰ ਜ਼ਰੂਰ ਪੜ੍ਹਿਓ, ਮਤਲਬ ਤੁਹਾਨੂੰ ਚੰਗਾ ਲੱਗੂਗਾ, ਹੈ ਨਾ, ਮਤਲਬ ਇਹ ਵਧੀਆ ਲੱਗੂਗਾ, ਮਤਲਬ ਹਲਕਾ ਫੁਲਕਾ ਜਿਹਾ ਵਾ ਪਰ ਬਹੁਤ ਵਧੀਆ ਵਾ, ਇਹਨੂੰ ਤੁਸੀਂ ਜ਼ਰੂਰ ਪੜ੍ਹਿਓ। ਅੱਗੇ ਜੀ ਸ਼ਾਂਤ ਰਸ ਨੂੰ ਰਸਾਂ 'ਚ ਸ਼ਾਮਲ ਕਿਹਨੇ ਕੀਤਾ? ਠੀਕ ਹੈ ਜੀ, ਮੰਮਟ ਨੇ। 8 ਰਸ ਮੰਨੇ ਸੀਗੇ, ਬਾਅਦ ਵਿੱਚ ਜਿਹੜਾ 9ਵਾਂ ਸ਼ਾਂਤ ਰਸ ਹੈ ਇਹਨੂੰ ਵੀ ਰਸਾਂ ਦੇ ਵਿੱਚ ਹੀ ਸ਼ਾਮਲ ਕਰ ਲਿਆ ਸੀ, ਠੀਕ ਹੈ ਜੀ। ਅੱਗੇ ਜੀ ਦਮੋਦਰ ਦੀ ਹੀਰ ਝੰਗ ਸਿਆਲ ਦੇ ਇਲਾਕੇ ਦਾ ਦਰਪਣ ਹੈ। ਝੰਗ ਸਿਆਲ ਦੇ ਇਲਾਕੇ 'ਚ ਲਿਖੀ ਗਈ ਹੈ, ਤਾਂ ਉਸ ਇਲਾਕੇ ਦਾ ਮਤਲਬ ਕੀ ਹੈ ਹਿੰਦੂ ਸੱਭਿਆਚਾਰ, ਥੋੜ੍ਹਾ ਬਹੁਤਾ ਇਸਲਾਮੀ ਹੈ, ਪਰ ਜ਼ਿਆਦਾਤਰ ਜਿਹੜੀ ਰੰਗਤ ਹੈਗੀ ਆ ਉਹ ਹਿੰਦੂ ਜਿਹੜੇ ਹਿੰਦੂ ਮਤਲਬ ਰਵਾਇਤ ਹੈਗੀ ਆ ਦਮੋਦਰ ਦੇ ਕਿੱਸੇ ਦੇ ਵਿੱਚ, ਠੀਕ ਆ। ਆਪਾਂ ਪਿਓਰ ਮਤਲਬ ਮੁਸਲਮਾਨੀ ਰੰਗਣ ਨਹੀਂ ਜਿਹੜਾ ਕਹਿ ਸਕਦੇ ਹੈਗੇ। ਹਾਂਜੀ, ਅੱਗੇ ਜੀ ਜਾਤ ਕਰਮ ਜਿਹੜਾ ਹੈਗਾ ਸੰਸਕਾਰ, ਇਹ ਬੱਚੇ ਦੇ ਨਾੜੂ ਕੱਟਣ ਨਾਲ ਸੰਬੰਧਿਤ ਹੈਗਾ, ਜਨਮ ਨਾਲ ਸੰਬੰਧਿਤ ਰਸਮ ਹੈਗੀ ਹੈ ਇਹ। ਅੱਗੇ ਜੀ ਭੱਜੀਆਂ ਬਾਹੀਂ ਜਿਹੜੀ ਕਹਾਣੀ ਹੈਗੀ ਆ, ਆਪਾਂ ਨੂੰ ਪਤਾ ਹੈਗਾ 1987 ਦੇ ਦੌਰਾਨ, ਠੀਕ ਹੈ ਜੀ, ਬਰਿਆਮ ਸਿੰਘ ਸੰਧੂ ਦੀ। ਇਹਦਾ ਮੁੱਖ ਪਾਤਰ ਜਿਹੜਾ ਵਾ ਕੇਵਲ ਹੈਗਾ ਵਾ ਜੀ, ਕੇਵਲ ਇਹਦਾ ਜਿਹੜਾ ਕਹਾਣੀ ਦਾ ਕੀ ਆ ਮੁੱਖ ਪਾਤਰ ਹੈਗਾ ਵਾ। ਅੱਗੇ ਜੀ ਯੋਜਕ ਜਿਹੜੇ ਹੁੰਦੇ ਨੇ ਸਾਰੇ ਅਵਕਾਰੀ ਸ਼੍ਰੇਣੀ ਦੇ ਹੁੰਦੇ ਨੇ, ਭਾਵ ਉਹਨਾਂ 'ਚ ਵਿਕਾਰ ਜਿਹੜਾ ਸ਼ਬਦਾਂ ਦੇ ਵਿੱਚ ਪੈਦਾ ਨਹੀਂ ਕੀਤਾ ਜਾ ਸਕਦਾ, ਠੀਕ ਹੈ। ਸੰਬੰਧਕ ਇਸ ਦੇ ਉਲਟ ਹੁੰਦੇ ਨੇ, ਜਿਵੇਂ ਨੇ, ਨੂੰ, ਦੇ, ਦੀਆਂ, ਠੀਕ ਹੈ ਜੀ, ਮਤਲਬ ਜਿਹੜੇ ਸੰਬੰਧਕ ਹੁੰਦੇ ਨੇ ਵਿਕਾਰੀ ਹੁੰਦੇ ਨੇ, ਜਿਹੜੇ ਯੋਜਕ ਹੁੰਦੇ ਨੇ ਉਹ ਅਵਿਕਾਰੀ ਸ਼੍ਰੇਣੀ ਦੇ ਵਿੱਚ ਆਉਂਦੇ ਹੈਗੇ ਨੇ। ਲਫ਼ਜ਼ਾਂ ਦੀ ਦਰਗਾਹ, ਠੀਕ ਹੈ ਜੀ, ਇਹ 72 ਕਵਿਤਾਵਾਂ ਨੇ। ਇਹਦੀ ਮੁੱਖ ਭੂਮਿਕਾ ਜਿਹੜੀ ਹੈ ਸੁਖਵਿੰਦਰ ਅੰਮ੍ਰਿਤ ਨੇ ਲਿਖੀ ਹੈ, ਤੁਸੀਂ ਇਹ ਕਿਤਾਬ ਖੋਲ੍ਹ ਕੇ ਪੜ੍ਹ ਲਿਓ, ਠੀਕ ਹੈ ਜੀ। ਇਹਨਾਂ ਨੇ ਬਹੁਤ ਹੀ ਜ਼ਿਆਦਾ ਵਧੀਆ ਭੂਮਿਕਾ ਲਿਖੀ ਹੋਈ ਹੈ, ਮਤਲਬ ਲਫ਼ਜ਼ਾਂ ਦੀ ਦਰਗਾਹ ਸ਼ਾਇਦ ਦੂਜਾ ਇਹਨੂੰ ਸਰਸਵਤੀ ਅਵਾਰਡ ਵੀ ਜਿਹੜਾ ਵਾ ਮਿਲਿਆ ਹੋਇਆ, ਠੀਕ ਹੈ ਜੀ। ਅੱਗੇ ਜੀ ਆਰਤੀ ਜਿਹੜੀ ਹੈਗੀ ਆ ਇਹ ਸ਼ਬਦ ਰੂਪ ਹੈਗੀ ਆ, ਨਾ ਕਿ ਕਾਵਿ ਰੂਪ ਹੈਗਾ ਵਾ, ਇਹ ਸ਼ਬਦ ਰੂਪ ਬਾਣੀ ਹੈਗੀ ਆ, ਧਨਾਰਸੀ ਰਾਗ ਦੇ ਵਿੱਚ ਦਿੱਤੀ ਹੋਈ ਹੈ, ਠੀਕ ਹੈ ਜੀ ਇਹ। ਅੱਗੇ ਜੀ ਪੰਜਾਬ ਦੇ ਮਹਾਨ ਕਲਾਕਾਰ ਜਿਹੜੀ ਹੈਗੀ ਆ ਪੁਸਤਕ ਕਿਹਦੀ ਲਿਖੀ ਹੋਈ ਹੈ? ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ। ਪੰਜਾਬ ਦੇ ਮਹਾਨ ਕਲਾਕਾਰਾਂ 'ਤੇ ਮਤਲਬ ਜਿਵੇਂ ਪੰਜਾਬੀ ਸ਼ਾਇਰਾਂ ਦਾ ਤਜ਼ਕਰਾ, ਤਾਂ ਇਹਨਾਂ ਨੇ ਮਤਲਬ ਕਿਤਾਬ ਛਾਪੀ ਹੋਈ ਹੈ ਇਹ ਸਰਚ ਮਾਰ ਕੇ ਕੀ ਹੈ ਨੈੱਟ ਤੋਂ ਜ਼ਰੂਰ ਪੜ੍ਹ ਲਿਓ, ਠੀਕ ਹੈ। ਥੋੜ੍ਹੀ ਜਿਹੀ ਇੰਟਰੋਡਕਸ਼ਨ ਜੀ ਪਤਾ ਲੱਗ ਜਾਂਦੀ ਹੈਗੀ ਹੈ, ਠੀਕ ਹੈ। ਇਸ ਕਿਤਾਬ ਨੂੰ ਮਤਲਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਜਿਹੜੀ ਆ ਛਾਪੀ ਗਈ ਹੈ, ਠੀਕ ਹੈ। ਕੰਦਲੀ ਜਿਹੜਾ ਗਹਿਣਾ ਵਾ ਇਹ ਗਲ ਦਾ ਗਹਿਣਾ ਵਾ, ਕੰਦਲੀ ਧੱਦਾ ਲੱਲੇ ਨੂੰ ਬਿਹਾਰੀ, ਕੰਦਲੀ ਗਲ ਦਾ ਗਹਿਣਾ ਵਾ। ਅੱਗੇ ਜੀ ਸੰਬੰਧਕ ਪਿਛੇਤਰੀ ਸੰਬੰਧਕ ਜਿਹੜੇ ਨੇ ਪਿਛੇਤਰੀ ਹੁੰਦੇ ਨੇ, ਮਤਲਬ ਕੀ ਹੈ ਨਾਮ ਨੂੰ ਜਾਂ ਪੜਨਾਮ ਤੋਂ ਬਾਅਦ ਆਉਂਦੇ ਨੇ, ਨੂੰ ਹੋ ਗਿਆ, ਦੇ, ਦਾ, ਦੀਆਂ, ਮਤਲਬ ਹੈ ਨਾ। ਸੰਬੰਧਕ ਜਿਹੜੇ ਪਿਛੇਤਰੀ ਸੰਬੰਧਕ ਹੁੰਦੇ ਨੇ, ਮਤਲਬ ਇਹਨਾਂ ਨੂੰ ਪਿਛੇਤਰੀ ਸੰਬੰਧਕ ਵੀ ਕਹਿ ਦਿੱਤਾ ਜਾਂਦਾ ਜਾਂ ਸੰਬੰਧਕ ਵੀ ਕਹਿ ਦਿੱਤਾ ਜਾਂਦਾ, ਕਿਉਂਕਿ ਹਮੇਸ਼ਾ ਇਹ ਕੀ ਆ ਨਾਮ ਪੜਨਾਮ ਤੋਂ ਕੀ ਆ ਬਾਅਦ ਵਿੱਚ ਹੀ ਆਉਂਦੇ ਨੇ। ਤੁਸੀਂ ਬੋਲ ਕੇ ਦੇਖ ਲਿਓ, ਠੀਕ ਆ। ਰਾਮ ਨੇ, ਰਾਮ ਨੂੰ, ਉਸ ਦੀਆਂ, ਠੀਕ ਆ, ਉਹ ਫੇਰ ਮਤਲਬ ਉਹ ਜਾ ਰਿਹਾ, ਜਿਵੇਂ ਤੁਸੀਂ ਜਦੋਂ ਵਰਤ ਕੇ ਦੇਖੋਗੇ ਹੈ ਨਾ ਤੁਸੀਂ ਨੂੰ ਪਤਾ ਲੱਗ ਜੂਗਾ, ਠੀਕ ਹੈ, ਇਕੱਲੀ ਇਕੱਲੀ ਉਦਾਹਰਨ ਨੂੰ, ਠੀਕ ਹੈ। ਅੱਗੇ ਜੀ ਲਾਂਗ ਅਤੇ ਪੈਰੋਲ ਜਿਹੜੇ ਹੈਗੇ ਨੇ ਇਹ ਫਰੈਂਚ ਸ਼ਬਦ ਹੈਗੇ ਨੇ।
ਲਾਂਗ ਜਿਹੜੀ ਇੱਕ ਵਿਧੀ ਹੈਗੀ ਆ, ਠੀਕ ਹੈ, ਇੱਕ ਤਕਨੀਕ ਹੈਗੀ, ਇੱਕ ਸਲੀਕਾ ਹੈਗਾ ਵਾ, ਜਿਹੜਾ ਕਿ ਮਤਲਬ ਕੀ ਆ ਸਮਾਜਿਕ ਹੈ ਨਾ। ਪਿਛਲੀ ਵਾਰੀ ਵੀ ਇਹ ਪ੍ਰਸ਼ਨ ਆਇਆ ਸੀਗਾ, ਮਤਲਬ ਧੁਨੀ ਸ਼ਬਦ ਲਾਤਾ ਸੀਗਾ ਕਈਆਂ ਨੇ, ਮਤਲਬ ਠੀਕ ਹੈ। ਅਤੇ ਲਾਂਗ ਜਿਹੜਾ ਮਤਲਬ ਇੱਕ ਤਰੀਕਾ ਹੈਗਾ, ਵਿਧੀ ਆ, ਮਤਲਬ ਜਿਹੜੀ ਕਿ ਸਮੂਹਿਕ ਰੂਪ ਦੇ ਵਿੱਚ ਭਾਸ਼ਾ ਨੂੰ ਜਿਹੜੇ ਬੁਲਾਰੇ ਜਿਹੜੇ ਬੋਲਦੇ ਹੈਗੇ ਨੇ ਸਮੂਹਿਕ ਰੂਪ ਦੇ ਵਿੱਚ। ਪ੍ਰੈਓਲ ਜਿਹੜਾ ਹੈਗਾ ਵਾ ਇਹ ਭਾਸ਼ਾ ਦਾ ਵਿਅਕਤੀਗਤ ਉਚਾਰ ਹੈਗਾ ਵਾ। ਧੁਨੀਗ੍ਰਾਮ ਇਹ ਕਹਿਰੇ ਹੁੰਦੇ ਨੇ, ਠੀਕ ਆ ਜੀ, ਇੱਕ ਧੁਨੀ ਹੁੰਦੀ ਆ। ਧੁਨੀਗ੍ਰਾਮ ਮਤਲਬ ਕੀ ਆ, ਧੁਨੀਗ੍ਰਾਮ ਜਿਵੇਂ ਰੂਪਗ੍ਰਾਮ ਹੈਗੇ ਨੇ, ਮਤਲਬ ਉੱਦਾਂ ਹੀ ਧੁਨੀਗ੍ਰਾਮ ਹੈਗੇ। ਧੁਨੀ ਰੂਪਗ੍ਰਾਮ ਤੋਂ ਛੋਟੀ ਹੁੰਦੀ ਹੈ, ਠੀਕ ਹੈ। ਇਹ ਇਕਹਿਰੇ ਹੀ ਹੁੰਦੇ ਨੇ ਧੁਨੀਗ੍ਰਾਮ ਜਿਹੜੇ ਨੇ, ਮਤਲਬ ਇੱਕ ਧੁਨੀ ਹੀ ਉਚਾਰਦੇ ਹੈਗੇ ਨੇ। ਅੱਗੇ ਹੈਗਾ ਜੀ ਸੁਹਜਵਾਦੀ ਸਾਹਿਤ, ਠੀਕ ਹੈ। ਸੁਹਜ ਮਤਲਬ ਸੁਹਜ ਸਵਾਦ, ਠੀਕ ਹੈ। ਜਦੋਂ ਕਿਸੇ ਚੀਜ਼ ਨੂੰ ਮਤਲਬ ਕੀ ਲਿਖ ਕੇ ਪੜ੍ਹ ਕੇ ਸਾਨੂੰ ਆਨੰਦ ਆਉਂਦਾ ਵਾ, ਇਸ ਨੂੰ ਜਿਹੜੇ ਇਤਿਹਾਸਕਾਰ ਹੈਗੇ ਨੇ ਉਹ ਜਿਹੜੇ ਆਲੋਚਕ ਨੇ ਉਹ ਭੋਗ ਵਿਲਾਸ ਲਈ ਰਚਿਆ ਸਾਹਿਤ ਆਖਦੇ ਹਨ। ਜਿਵੇਂ ਸੰਤ ਸਿੰਘ ਸੇਖੋਂ ਜੀ ਹੈ ਨਾ, ਮਤਲਬ ਕੀ ਆ ਪਰਾ ਸਾਹਿਤ ਕਹਿੰਦੇ ਹੈਗੇ ਨੇ, ਕਿੱਸਾ ਕਾਵਿ ਨੂੰ ਅਣ ਸਾਹਿਤ ਕਹਿੰਦੇ ਹੈਗੇ ਨੇ। ਜਿਹੜੇ ਆਲੋਚਕ ਨੇ ਉਹਨਾਂ ਨੇ ਸੁਹਜਵਾਦੀਆਂ ਨੂੰ ਮਤਲਬ ਕੀ ਭੋਗ ਵਿਲਾਸ ਸਾਹਿਤ ਕਹਿ ਕੇ ਮਤਲਬ ਕੀ ਆ ਵੀ ਆਪਣੀ ਮਤਲਬ ਕੀ ਆਤਮਿਕ ਜਿਹੜੀ ਹੈਗੀ ਆ ਸ਼ਾਂਤੀ ਪ੍ਰਾਪਤ ਕਰਨ ਦੇ ਲਈ ਰਚਿਆ ਗਿਆ ਸਾਹਿਤ ਹੈਗਾ ਜਿਹੜਾ ਸੁਹਜਵਾਦੀ ਹੈਗਾ ਵਾ ਸਾਹਿਤ। ਅਤੇ ਜੀ ਉਹ ਬੱਚੇ ਨਾ ਮਤਲਬ ਕਈ ਭੈਣਾਂ ਪੁੱਛਦੀਆਂ ਪਈਆਂ ਸੀਗੀਆਂ ਪਿਓ ਕਸੇਲ ਦੀ ਬੁੱਕ, ਠੀਕ ਆ ਜੀ। 8872 ਉਹ ਨਾ ਮੇਰਾ ਟੈਲੀਗ੍ਰਾਮ 'ਤੇ ਮੈਨੂੰ ਤੁਸੀਂ ਕੰਟੈਕਟ ਕਰ ਲਿਓ, ਠੀਕ ਹੈ ਜੀ। ਤੁਹਾਨੂੰ ਮੈਂ ਭੇਜ ਦੂੰਗਾ, ਠੀਕ ਹੈ ਜੀ। ਮੇਰੇ ਕੋਲ ਕਿਤਾਬ ਹੈਗੀ 8872 00948, ਠੀਕ ਆ ਜੀ। ਇਹ ਮੇਰਾ ਨੰਬਰ ਹੈਗਾ ਵਾ। ਜੇ ਕੋਈ ਕੁਐਸਚਨ ਵਗੈਰਾ ਤੁਹਾਨੂੰ ਡਾਊਟ ਲੱਗਦਾ ਹੈਗਾ ਹੈ ਨਾ, ਤਾਂ ਵੀ ਤੁਸੀਂ ਮੈਨੂੰ ਪੁੱਛ ਸਕਦੇ ਹੈਗੇ ਹੋ। ਮਤਲਬ ਮੇਰਾ ਮਕਸਦ ਸਿਰਫ ਪੜ੍ਹਾਉਣ ਤੱਕ ਹੀ ਸੀਮਿਤ ਹੋਊਗਾ, ਠੀਕ ਹੈ ਜੀ। ਇਹ ਗੱਲ ਯਾਦ ਰੱਖ ਲਿਓ। ਮੈਂ ਨੰਬਰ ਮੈਂ ਤਾਂ ਨਹੀਂ ਸੀ ਦਿੰਦਾ ਕਿ ਉਹ ਬੜਾ ਨਾ ਮਤਲਬ ਵਿੱਚ ਅਜੀਬ ਜੀ ਇੱਕ ਭੈਣ ਨੇ ਮੇਰੀ ਨੇ ਮੈਨੂੰ ਸਮਝਾਉਣ ਲੱਗ ਗਈ ਸੀਗੀ ਵੀ ਮਤਲਬ ਪਹਿਲਾਂ ਟੀਚਰ ਨੇ ਇੱਦਾਂ ਸੀ, ਉਹ ਇੱਦਾਂ ਸੀਗੇ, ਹੈ ਨਾ। ਤਾਂ ਤੁਸੀਂ ਇਹ ਗੱਲ ਦਾ ਧਿਆਨ ਰੱਖਿਓ ਮੇਰਾ ਠੀਕ ਹੈ। ਮੇਰਾ ਸਿਰਫ ਪੜ੍ਹਾਉਣ ਤੱਕ ਮਤਲਬ ਹੈ। ਜੇ ਕੰਟੈਕਟ ਕਰਨਾ ਤਾਂ ਤੁਸੀਂ ਕਰ ਸਕਦੇ ਹੋ। ਮੈਂ ਤਾਂ ਪਹਿਲਾਂ ਹੀ ਬਹੁਤ ਬਿਜੀ ਹੈਗਾ, ਹੈ ਨਾ। ਮਤਲਬ ਹਰ ਇੱਕ ਇਨਸਾਨ ਬਿਜੀ ਹੀ ਹੁੰਦਾ, ਮਤਲਬ ਆਪਣੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਹੈਗਾ। ਪਰ ਮੈਂ ਕਿਤਾਬ ਸੈਂਡ ਕਰ ਦੂੰਗਾ, ਹੈ ਨਾ ਤੁਹਾਨੂੰ। ਮਤਲਬ ਇਹਨੂੰ ਦੱਸ ਦਿਓ ਤੁਸੀਂ, ਕੋਈ ਗੱਲ ਨਹੀਂ। ਹਾਂਜੀ, ਅੱਗੇ ਆ ਜਾਂਦਾ ਜੀ ਹਸੀਨ ਚਿਹਰੇ ਜਿਹੜਾ ਹੈਗਾ ਵਾ, ਹੈ ਨਾ। ਮਤਲਬ ਕਿ ਰੇਖਾ ਚਿੱਤਰ ਹੈਗਾ ਵਾ, ਸੁਰਮੇ ਵਾਲੀ ਅੱਖ, ਹਸੀਨ ਚਿਹਰੇ ਜਿਹੜੇ ਹੈਗੇ ਨੇ 1999 ਦੇ ਵਿੱਚ ਰਚਿਆ ਗਿਆ ਸੀਗਾ ਇਹ ਇਹਨਾਂ ਦਾ ਰੇਖਾ ਚਿੱਤਰ। ਅਤੇ ਇਹਦੇ ਵਿੱਚ ਦੋ ਸੀਗੀਆਂ ਮਤਲਬ ਕਿ ਔਰਤਾਂ ਦਾ ਜ਼ਿਕਰ ਕੀਤਾ ਹੋਇਆ ਉਹਨੇ। ਇੱਕ ਹੈਗੀ ਪਾਕਿਸਤਾਨੀ ਗਾਇਕਾ ਰੇਸ਼ਮਾ, ਅਤੇ ਇੱਕ ਹੈਗੀ ਆ ਭਾਰਤੀ ਨਰਤਕੀ ਕ੍ਰਿਸ਼ਨਾ ਮੂਰਤੀ। ਹੁਸੀਨ ਚਿਹਰੇ ਦੇ ਵਿੱਚ 9 ਚਿਹਰੇ ਨੇ, ਠੀਕ ਹੈ ਜੀ। 9 ਚਿਹਰੇ ਬੜੇ ਸੁੰਦਰ ਨੇ, ਠੀਕ ਹੈ। ਆਪਦਾ ਜਿਵੇਂ ਕਿਵੇਂ ਨਾ ਕਿਵੇਂ ਯਾਦ ਕਰ ਲਿਓ, ਠੀਕ ਹੈ ਇਹ ਤੁਸੀਂ, ਠੀਕ ਹੈ। ਅਤੇ ਇਹਦੇ ਵਿੱਚ ਜ਼ਿਕਰ ਹੈਗਾ ਵਾ ਪਾਕਿਸਤਾਨੀ ਗਾਇਕਾ ਰੇਸ਼ਮਾ ਦਾ ਅਤੇ ਭਾਰਤੀ ਨਰਤਕੀ ਕ੍ਰਿਸ਼ਨਾ ਮੂਰਤੀ ਦਾ। ਹਾਂਜੀ, ਅੱਗੇ ਹੈਗਾ ਪ੍ਰਸ਼ਨ ਜੀ। ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀਏ, ਸਤਿਗੁਰ ਹੋਏ ਦਿਆਲ ਤਾਂ ਕਬੂ ਨਾ ਝੂਰੀਏ। ਮਾਝਵਾਰ ਦੇ ਵਿੱਚ ਮਹੱਲਾ ਪਹਿਲਾ, ਗੁਰੂ ਨਾਨਕ ਦੇਵ ਜੀ ਦਾ ਉਚਾਰੀ ਗਈ ਬਾਣੀ ਹੈਗੀ ਇਹ। ਮਿਹਰ ਮਸੀਤ ਸਿਦਕ ਮੁਸੱਲਾ, ਮਿਹਰ ਮਸੀਤ ਅਤੇ ਸਿਦਕ ਮੁਸੱਲਾ ਮਤਲਬ ਮੁਸਲਮਾਨ ਨਾਲ ਸੰਬੰਧਿਤ ਕਿਰਦਾਰ ਨੂੰ ਮਤਲਬ ਕੀ ਹੈ ਗੁਰੂ ਜੀ ਨੇ ਬਾਣੀ ਉਚਾਰੀ ਸੀ ਉਹਨਾਂ ਨੇ। ਮਤਲਬ ਕੀ ਇਹ ਵੀ ਮਤਲਬ ਕੀ ਮਹੱਲਾ ਪਹਿਲਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈਗੀ ਆ। ਅਸਲੀ ਅਤੇ ਸੁੱਚਾ ਸਾਹਿਤ ਮਹਾਤਮਾ ਲੋਕਾਂ ਦੇ ਬਚਨ ਹੁੰਦੇ ਹਨ। ਅਸਲੀ ਅਤੇ ਸੁੱਚਾ ਸਾਹਿਤ ਇਹ ਕਿਹਦਾ ਬਚਨ ਹੈਗਾ ਜੀ? ਪ੍ਰੋਫੈਸਰ ਪੂਰਨ ਸਿੰਘ ਦਾ। ਅੱਗੇ ਜੀ, ਨੱਕ ਫੀਨੇ ਸਿਰ ਤਾਵੜੇ ਢਿੱਡ ਵਾਂਗ ਢਮੱਕੇ, ਉਹ ਇੱਕੋ ਨਾਰ ਵਸਾਉਂਦੇ ਭਾਈ ਸਕੇ। ਇਹ ਨਜਾਬਤ ਦੀ ਵਾਰ ਵਿੱਚੋਂ ਹੈਗਾ, ਠੀਕ ਹੈ। ਇਸ ਮਤਲਬ ਕੀ ਆ ਮਤਲਬ ਉਹਨੇ ਵਿਅੰਗ ਦੇ ਨਾਲ ਕੀ ਆ ਮਤਲਬ ਪਠਾਣਾ ਦਾ ਜਿਹੜਾ ਵਾ ਕਿਰਦਾਰ ਕਸਿਆ ਹੈਗਾ ਵਾ ਉਹ ਤੁਸੀਂ ਸਮਝ ਗਏ ਹੋਵੋਗੇ, ਮੈਨੂੰ ਦੁਹਰਾਉਣ ਦੀ ਲੋੜ ਨਹੀਂ ਗੀ। ਪਠਾਣਾ ਨੂੰ ਮਤਲਬ ਕੀ ਆ ਉਹਨੇ ਦੱਸਿਆ ਵੀ ਉਹ ਨੱਕ ਫੀਨੇ ਨੇ, ਮਤਲਬ ਇੱਕੋ ਮਤਲਬ ਕੀ ਆ ਨਾਰ ਨਾਲ ਜਿਹੜੇ ਨੇ ਸਾਰੇ ਭਰਾ ਵਿਆਹ ਕਰਾ ਲੈਂਦੇ ਨੇ। ਅੱਗੇ ਜੀ, ਛਾਇਆਵਾਦ। ਇਹ ਕੱਲ੍ਹ ਰਹਿ ਗਿਆ ਸੀਗਾ, ਛਾਇਆਵਾਦ ਕੀ ਹੁੰਦਾ ਹੈ ਨਾ। ਜਦੋਂ ਮਤਲਬ ਕਿਸੇ ਗੱਲ ਦਾ ਕੋਈ ਪੂਰੀ ਤਰ੍ਹਾਂ ਨਾਲ ਸਾਫ਼ ਨਾ ਗੱਲ ਦੱਸੀ ਹੋਵੇ, ਹੈ ਨਾ, ਕੇਵਲ ਉਸ ਦਾ ਅਕਸ਼ ਹੀ ਪੇਸ਼ ਕੀਤਾ ਹੋਵੇ ਤਾਂ ਉਹਨੂੰ ਛਾਇਆਵਾਦ ਜਿਹੜਾ ਵਾ ਕਹਿ ਦਿੱਤਾ ਜਾਂਦਾ ਵਾ। ਮਤਲਬ ਪੂਰੀ ਤਰ੍ਹਾਂ ਸੱਚਾਈ ਨਾ ਦੱਸੀ ਹੋਵੇ ਪਰ ਥੋੜ੍ਹਾ ਜਿਹਾ ਹਲਕਾ ਜਿਹਾ ਮਤਲਬ ਕੀ ਆ ਆਪਣਾ ਜਿਹੜਾ ਜੋ ਵਿਚਾਰ ਆ ਉਹ ਪੇਸ਼ ਕਰ ਦਿੱਤਾ ਜਾਵੇ। ਇਹ ਭਾਈ ਨਿਹਾਲ ਸਿੰਘ ਦੀ ਮਤਲਬ ਉਹ ਇੱਕੋ ਦਮ ਕੁਐਸਚਨ ਆ ਗਿਆ ਸੀਗਾ। ਭਾਈ ਨਿਹਾਲ ਸਿੰਘ ਰਸ ਮਤਲਬ ਹੈਗੇ ਨੇ, ਉਹਨਾਂ ਨੇ ਮਤਲਬ ਕੀ ਆ ਗਗਨ ਮੇ ਥਾਲ ਰਬ ਦੀਪਕ ਚੰਦ ਬਣੇ, ਆਰਤੀ ਸ਼ਬਦ ਨੂੰ ਧਨਾਰਸੀ ਰਾਗ ਦੇ ਵਿੱਚ ਜਿਹੜੇ ਹੈਗੇ ਨੇ ਉਹਨੂੰ ਮਤਲਬ ਛਾਇਆਵਾਦ ਦੀ ਉਦਾਹਰਨ ਦੇ ਤੌਰ 'ਤੇ ਉਹਨਾਂ ਨੇ ਪੇਸ਼ ਕੀਤਾ ਹੋਇਆ ਸੀਗਾ। ਮਤਲਬ ਹੈ ਨਾ ਕਿ ਮਤਲਬ ਜਿਹੜੀ ਆਰਤੀ ਹੈਗੀ ਤਾਂ ਇਹ ਢੁਕਵੀਂ ਹੈਗਾ, ਮਤਲਬ ਮੈਨੂੰ ਲੱਗਿਆ ਕਿ ਢੁਕਵਾਂ ਹੈਗਾ ਵਾ। ਗੁਰੂ ਜੀ ਜੋ ਸਮਝਾਉਣਾ ਚਾਹੁੰਦੇ ਸੀਗੇ ਜਗਨਨਾਥਪੁਰੀ, ਠੀਕ ਹੈ। ਮਤਲਬ ਤਾਂ ਇਹ ਛਾਇਆਵਾਦ ਦੇ ਅਧੀਨ ਹੈਗਾ ਵਾ, ਮਤਲਬ ਉਦਾਹਰਨ ਹੈਗੀ ਆ। ਮੇਨ ਗੱਲ ਤੁਹਾਡੀ ਇਹ ਹੈ, ਠੀਕ ਹੈ। ਜਿੱਥੇ ਕੋਈ ਗੱਲ ਸਾਫ਼ ਨਾ ਕਹੀ ਹੋਵੇ, ਕੇਵਲ ਅਕਸ ਹੀ ਪੇਸ਼ ਕੀਤਾ ਗਿਆ ਹੋਵੇ। ਹੁਣ ਗੁਰੂ ਨਾਨਕ ਦੇਵ ਜੀ ਜੇ ਸਿੱਧਾ ਹੀ ਪੰਡਤਾਂ ਨੂੰ ਕਹਿ ਦਿੰਦੇ ਵੀ ਤੁਸੀਂ ਇਹ ਕੀ ਕਰ ਰਹੇ ਹੋ, ਆਰਤੀ ਨਹੀਂ ਕਰਨੀ ਚਾਹੀਦੀ, ਤੁਸੀਂ ਇੱਦਾਂ ਥੱਲੇ ਕਰੀ ਜਾਂਦੇ ਹੋ, ਤਾਂ ਗੁਰੂ ਜੀ ਨੇ ਕੀ ਉਦਾਹਰਨ ਦੇ ਕੇ ਹਲਕੀ ਜਿਹੀ ਉਦਾਹਰਨ ਦੇ ਕੇ ਉਹਨਾਂ ਨੂੰ ਸਮਝਾਤਾ ਵੀ ਕੁਦਰਤ ਸਾਰੀ ਹੈ ਨਾ ਮਤਲਬ ਕੀ ਕਰ ਰਹੀ ਹੈਗੀ ਆ, ਮਤਲਬ ਆਰਤੀ ਕਰ ਰਹੀ ਹੈ ਪਰਮਾਤਮਾ ਦੀ, ਤਾਂ ਤੁਹਾਡੀ ਛੋਟੀ ਜਿਹੀ ਆਰਤੀ ਮਤਲਬ ਜਿਹੜੀ ਆ ਨਾ ਮਤਲਬ ਸਮਝ ਗਏ ਹੋਵੋਗੇ ਤੁਸੀਂ। ਅੱਗੇ ਜੀ, ਹੱਥੀ ਢਲਕ ਗਈ ਮੇਰੇ ਚਰਖੇ ਦੀ, ਮੇਥੋਂ ਕੱਤਿਆ ਮੂਲ ਨਾ ਜਾਵੇ।
ਘੜੀ ਮੁੜੀ ਇਹ ਝੋਲੇ ਖਾਂਦਾ, ਛੱਲੀ ਇੱਕ ਨਾ ਲਾਵੇ। ਛੱਲੀ ਮਤਲਬ ਗਲੋਟਾ ਨਾ ਲਾਵੇ, ਹੈ ਨਾ। ਤਾਂ ਇਹ ਬੁੱਲੇ ਸ਼ਾਹ ਦੀ ਰਚਨਾ ਹੈਗੀ ਆ, ਯਾਦ ਰੱਖ ਲਿਓ। ਅਤੇ ਇਹ ਸੇਮ ਰਲਦੀ ਮਿਲਦੀ ਇੱਕ ਨਾ ਮਤਲਬ ਢਲਕ ਗਈ ਮੇਰੇ ਚਰਖੇ ਦੀ ਹੱਥੀ, ਇਹ ਇੱਕ ਸ਼ਾਹ ਹੁਸੈਨ ਜੀ ਦੀ ਵੀ ਰਚਨਾ ਹੈਗੀ ਹੈ ਨਾ। ਤਾਂ ਹੁਣ ਤੁਸੀਂ ਇਹ ਯਾਦ ਰੱਖ ਲਿਓ, ਠੀਕ ਹੈ। ਮੈਥੋਂ ਮੂਲ ਨਾ ਕੱਤਿਆ ਜਾਵੇ, ਅਤੇ ਬਾਬਾ ਬੁੱਲੇ ਸ਼ਾਹ ਜੀ ਦੀ ਜਿਹੜੀ ਹੈਗੀ ਆ। ਅੱਗੇ ਜੀ ਪ੍ਰਕਿਰਤ। ਪ੍ਰਕਿਰਤ ਮਤਲਬ ਕਿ ਪਹਿਲਾਂ ਦੀ ਬਣੀ ਹੋਈ ਭਾਸ਼ਾ, ਠੀਕ ਹੈ। ਸੰਸਕ੍ਰਿਤ ਨੂੰ ਸੋਧ ਕੇ ਮਤਲਬ ਕੀ ਆ, ਪ੍ਰਕਿਰਤ ਨੂੰ ਸੋਧ ਕੇ ਸੰਸਕ੍ਰਿਤ ਜਿਹੜੀ ਆ ਪੰਡਤਾਂ ਨੇ ਜਾਂ ਉਹਨਾਂ ਨੇ ਉਹ ਕੱਢ ਲਈ ਸੀ, ਠੀਕ ਹੈ। ਪ੍ਰਕਿਰਤ ਮਤਲਬ ਪ੍ਰਕਿਰਤ ਦੁਆਰਾ ਪਹਿਲਾਂ ਤੋਂ ਹੀ ਬਣੀ ਹੋਈ ਭਾਸ਼ਾ, ਠੀਕ ਹੈ। ਪ੍ਰਕਿਰਤ ਨੂੰ ਸੋਧ ਕੇ ਜਿਹੜਾ ਵਾ ਸੰਸਕ੍ਰਿਤ ਜਿਹੜੀ ਭਾਸ਼ਾ ਵਾ ਉਹ ਅਲੱਗ ਕਰ ਲਈ ਗਈ ਸੀਗੀ। ਹਾਂਜੀ, ਸਾਡਾ ਅੱਗੇ ਪ੍ਰਸ਼ਨ ਜੀ, ਪਾਂਡਵਾਂ ਦੇ ਵੇਲੇ ਜਿਹੜਾ ਪੰਜਾਬ ਨੂੰ ਕੀ ਆ, ਪੰਚਾਲ ਜਿਹੜਾ ਵਾ ਨਾਮ ਦਿੱਤਾ ਗਿਆ ਸੀ, ਰਾਜਾ ਦ੍ਰੁਪਦ ਦਾ ਰਾਜ ਸੀਗਾ। ਇਹ ਵੈਸੇ ਚਲੋ ਮੈਂ ਲਿਖ ਲਿਆ ਸੀਗਾ, ਵੈਸੇ ਸਾਹਿਤਕ ਪੱਖੋਂ ਆਪਣੇ ਸਿਲੇਬਸ ਨਾਲ ਮੈਚ ਨਹੀਂ ਕਰਦਾ। ਪੰਚਾਲ ਫਿਰ ਵੀ ਯਾਦ ਰੱਖ ਲਿਓ, ਪੰਚਨਦ ਵਗੈਰਾ ਹੈ ਨਾ ਆ ਜਾਂਦਾ ਹੁੰਦਾ ਕਈ ਵਾਰੀ, ਜਿਵੇਂ ਮਹਾਭਾਰਤ ਪੁਰਾਣਾ ਵਿੱਚ ਪੰਚਨਦ ਕਿਹਾ ਜਾਂਦਾ ਵਾ। ਅੱਗੇ ਜੀ ਤਪਿਆ ਕਿਉਂ ਖਪਿਆ, ਇਕਾਂਗੀ ਹੈਗੀ ਆ, ਮਤਲਬ ਸਾਡੇ ਸੰਤ ਸਿੰਘ ਸੇਖੋਂ ਜੀ ਦੀ ਲਿਖੀ ਹੈਗੀ ਆ। ਤਪਿਆ ਕਿਉਂ ਖਪਿਆ, ਇਹਦੇ ਵਿੱਚ ਪਿਆਰ ਦਾ ਵਿਸ਼ਾ ਲਿਆ ਗਿਆ। ਇਹਦੇ ਪਾਤਰ ਹੈਗੇ ਆ, ਇਹਦਾ ਮੁੱਖ ਪਾਤਰ ਤਪਾ ਅਤੇ ਵੇਸਵਾ, ਠੀਕ ਹੈ। ਇੱਕ ਵੇਸਵਾ ਅਤੇ ਤਪੇ ਦੇ ਵਿਚਕਾਰ ਜਿਹੜੀ ਹੈ ਪਿਆਰ ਦੀ ਵਾਰਤਾਲਾਪ ਨਾਲ ਇਹ ਸੰਬੰਧਿਤ ਹੈਗੀ ਆ ਇਕਾਂਗੀ ਜਿਹੜੀ ਹੈਗੀ ਆ, ਸੰਤ ਸਿੰਘ ਸੇਖੋਂ ਦੀ ਲਿਖੀ ਹੋਈ ਹੈ। ਅੱਗੇ ਹੈਗੀਆਂ ਨੇ ਦੂਜੀ ਭਾਵੀ, ਇਹ ਵੀ ਇੰਪੋਰਟੈਂਟ ਹੈਗੀ ਆ, ਤੁਸੀਂ ਇਹ ਵੀ ਖੋਲ੍ਹ ਕੇ ਟੈਲੀਗ੍ਰਾਮ ਤੋਂ ਜ਼ਰੂਰ ਪੜ੍ਹਿਓ, ਠੀਕ ਹੈ। ਪਿਆਰ ਦਾ ਦੂਜਾ ਨਾਮ ਜਿਹੜਾ ਹੈਗਾ ਵਾ ਉਹ ਮਤਲਬ ਕੀ ਆ, ਭਾਵੀ ਹੈਗਾ, ਹੈ ਨਾ। ਇਹ ਪ੍ਰਤੀਕ ਦੇ ਤੌਰ 'ਤੇ ਭਾਵੀ ਜਿਹੜਾ ਸ਼ਬਦ ਵਰਤਿਆ ਗਿਆ ਔਰਤ ਦੇ ਲਈ, ਹੈ ਨਾ। ਅਤੇ ਇਹਦੇ ਮੁੱਖ ਪਾਤਰ ਹੈਗੇ ਨੇ ਵਿਜੇ ਸਿੰਘ ਅਤੇ ਮਾਨ ਸਿੰਘ ਅਤੇ ਰਾਜੇਸ਼ਵਰੀ, ਠੀਕ ਹੈ। ਇਹਦੇ ਵਿੱਚ ਮਤਲਬ ਕੀ ਹੈਗਾ ਵਾ, ਕੁੜੀ ਦੇ ਮਤਲਬ ਕੀ ਹੈ ਸਾਕ ਦੀ ਜਾਂ ਮਤਲਬ ਕਹਿ ਦਈਏ ਮੰਗਣੇ ਦੀ ਗੱਲ ਜਿਹੜੀ ਚੱਲਦੀ ਹੈਗੀ ਆ, ਮਤਲਬ ਹੈ ਨਾ ਰਿਸ਼ਤੇ ਦੀ ਗੱਲ, ਵਿਆਹ ਨਾਲ ਸੰਬੰਧਿਤ ਹੈਗੀ ਆ। ਮਾਨ ਸਿੰਘ ਅਤੇ ਵਿਜੇ ਸਿੰਘ ਇਹਨਾਂ 'ਚੋਂ ਇੱਕ ਸੰਤਰੀ ਹੁੰਦਾ, ਮਤਲਬ ਇੱਕ ਰਾਜਾ ਹੁੰਦਾ ਵਾ, ਅਤੇ ਰਾਜਸ਼ਰੀ ਜਿਹੜੀ ਹੈਗੀ ਆ ਮੁੱਖ ਪਾਤਰ ਹੈਗੀ ਆ ਔਰਤ ਇਹਦੇ ਵਿੱਚ, ਮਤਲਬ। ਤਾਂ ਭਾਵੀ ਜਿਹੜੀ ਹੈਗੀ ਆ ਮਤਲਬ ਕੀ ਆ, ਪਿਆਰ ਦਾ ਪ੍ਰਤੀਕ ਵਾ। ਇਹਨੂੰ ਤੁਸੀਂ ਪੜ੍ਹ ਲਿਓ ਇਕਾਂਗੀ ਨੂੰ, 2-2 ਮਿੰਟ ਲਾ ਲਿਆ ਕਰੋ, ਉਹਦੇ ਵਿੱਚ ਵੀ ਆਪਾਂ ਨੂੰ ਬਹੁਤ ਕੁਛ ਪਤਾ ਲੱਗ ਜਾਂਦਾ ਵਾ। ਸੱਸੀ ਹਾਸ਼ਮ ਦੀ, ਠੀਕ ਹੈ ਜੀ, ਸਦਾਚਾਰਕ ਹੈਗੀ ਆ, ਅਸ਼ਲੀਲਤਾ ਨਹੀਂ ਹੈਗੀ ਵਾਰਿਸ ਸ਼ਾਹ ਵਾਂਗ, ਮਤਲਬ ਜਿਹੜੇ ਆਲੋਚਕ ਕਹਿੰਦੇ ਹੈਗੇ ਨੇ, ਉਹ ਕਹਿੰਦੇ ਇਹਦਾ ਜਿਹੜਾ ਅੰਤਲਾ ਭਾਗ ਹੈਗਾ ਵਾ ਉਹ ਕਾਵਿ ਕਲਾ ਦਾ ਸਿਖਰ ਜਿਹੜਾ ਹੈਗਾ ਪੂਰਾ ਬਣਿਆ ਹੋਇਆ ਨਾ। ਤਾਂ ਭਾਵਾਂ ਦਾ ਇੰਨਾ ਵੇਗ ਹੈਗਾ, ਇੰਨੀ ਵਧੀਆ ਜਿਹੜੀ ਰਵਾਨਗੀ ਆ, ਮਤਲਬ ਅੱਧ ਭਾਗ ਤੋਂ ਬਾਅਦ ਹਾਸ਼ਮ ਦੇ ਕਿਸੇ ਦੀ, ਠੀਕ ਹੈ, ਵੀ ਉਹਨੂੰ ਮਤਲਬ ਕੀ ਹੈ ਕਾਵਿ ਕਲਾ ਦਾ ਸਿਖਰ ਹੈਗੀ ਆ। ਨਗੀਨਾ ਅਦਾ ਕਰਨਾ, ਮੁਰਦੇ ਨੂੰ ਧਰਤੀ 'ਤੇ ਲਾਉਣਾ, ਠੀਕ ਹੈ। ਨੋਟ ਕੀ ਹੈਗਾ, ਨਗੀਨਾ ਅਦਾ ਕਰਨਾ ਮਤਲਬ ਕੀ ਹੈ, ਪਰਮਾਤਮਾ ਦੀ ਦਿੱਤੀ ਚੀਜ਼ ਨੂੰ ਪਰਮਾਤਮਾ ਦੇ ਹਵਾਲੇ, ਭਾਵ ਮਿੱਟੀ ਦੇ ਬਣੇ ਬੰਦੇ ਨੂੰ ਮਤਲਬ ਕੀ ਹੈ ਮਿੱਟੀ ਦੇ ਹਵਾਲੇ ਕਰਨਾ। ਨਗੀਨਾ ਅਦਾ ਕਰਨਾ ਮੁਰਦੇ ਨਾਲ ਸੰਬੰਧਿਤ ਹੈਗਾ, ਠੀਕ ਹੈ ਜੀ। ਅੱਗੇ ਜੀ, ਹਰ ਵਿਸ਼ਿਸ਼ਟ ਧਰਮ ਦਾ ਸਰੋਤ ਲੋਕ ਧਰਮ ਹੀ ਹੁੰਦਾ ਹੈ। ਤੁਸੀਂ ਇਹਨੂੰ ਸਮਝ ਗਏ ਹੋਵੋਗੇ ਵੀ ਹਰ ਵਿਸ਼ਿਸ਼ਟ ਧਰਮ ਦਾ ਸਰੋਤ ਲੋਕ ਧਰਮ ਹੀ ਹੁੰਦਾ ਹੈ। ਦੇਖੋ, ਹਿੰਦੂ ਮਤ ਹੋ ਗਿਆ ਜਾਂ ਮੁਸਲਮਾਨ ਮਤ ਹੋ ਗਿਆ, ਸਿੱਖ ਮਤ ਹੋ ਗਿਆ, ਹੈ ਨਾ, ਮਤਲਬ ਉਹਨੂੰ ਆਪਾਂ ਵਿਸ਼ਿਸ਼ਟ ਧਰਮ ਕਹਿ ਦਾਂਗੇ, ਪਰ ਲੋਕ ਧਰਮ ਨੂੰ ਸਾਰੇ ਬੰਦੇ ਹੀ ਅਪਣਾਉਂਦੇ ਨੇ, ਠੀਕ ਹੈ। ਜੋ ਸਾਡਾ ਸਾਂਝਾ ਸੱਭਿਆਚਾਰ ਕਹਿ ਸਕਦੇ ਹਾਂ, ਹੈ ਨਾ, ਜਿਵੇਂ ਹੁਣ ਪੰਜਾਬ ਦੇ ਲੋਕ ਕਹਿ ਦਈਏ ਤਾਂ ਪੀਰਾਂ ਫਕੀਰਾਂ ਦੇ ਵੀ ਜਾਂਦੇ ਹੈਗੇ ਨੇ, ਠੀਕ ਆ, ਤਾਂ ਗੁਰੂਆਂ ਦੇ ਵੀ ਜਾਂਦੇ ਹੈਗੇ ਨੇ, ਮਤਲਬ ਹੈ ਨਾ। ਤਾਂ ਮਤਲਬ ਕੀ ਆ, ਲੋਕ ਧਰਮ ਸਾਰਿਆਂ ਹੀ ਅਪਣਾਉਂਦੇ ਹੈਗੇ ਨੇ। ਜਿਹੜੀਆਂ ਮੋਟੀਆਂ ਗੱਲਾਂ ਸਾਨੂੰ ਮਤਲਬ ਕਿ ਨਹੀਂ ਕਰਨੀਆਂ ਚਾਹੀਦੀਆਂ, ਕਿਹੜੀਆਂ ਕਰਨੀਆਂ ਚਾਹੀਦੀਆਂ, ਉਹਨਾਂ ਨੂੰ ਸਾਰੇ ਹੀ ਮੰਨਦੇ ਹੈਗੇ ਨੇ, ਮਤਲਬ ਉਹ ਅਧਿਆਤਮਕ ਖੇਤਰ ਜਿਹੜਾ ਵਾ ਉਹ ਸਾਰਿਆਂ ਦਾ ਸਾਂਝਾ ਹੁੰਦਾ ਵਾ। ਅੱਗੇ ਜੀ, ਢੀਠ ਵਰਨ ਮਿਲਦੇ ਹੈਗੇ ਆ ਕਵੀਸ਼ਰੀ ਦੇ ਵਿੱਚ। ਦੇਖੋ, ਢੀਠ ਵਰਨ ਇਹ ਤੁਹਾਨੂੰ ਹੁਣ ਮਤਲਬ ਕੀ ਆ, ਕਵੀਸ਼ਰੀ ਜਿਹੜੀ ਬੜੀ ਘੋਟ ਕੇ ਗਾਈ ਜਾਂਦੀ ਹੈ ਨਾ। ਉਦਾਹਰਨ ਦੇ ਤੌਰ 'ਤੇ ਜੇ ਗੱਲ ਕਰੀਏ, ਹਰਭਜਨ ਮਾਨ ਦੀ ਕਵੀਸ਼ਰੀ ਸੀਗਾ ਰਲਸੰਗ ਕਾਫਲੇ ਦੇ, ਹੈ ਨਾ। ਦੇਖੋ ਉਹਦੀ ਕਿੰਨਾ ਘਰੋੜ ਕੇ ਗਾਉਂਦਾ ਵਾ ਨਾ। ਕਵੀਸ਼ਰੀਆਂ ਜਿਹੜੀਆਂ ਬੰਦੀਆਂ ਘਰੋੜ ਕੇ ਮਤਲਬ ਪੂਰੇ ਢੀਠ ਵਰਨ ਹੁੰਦੇ ਆ, ਪੂਰੇ ਸ਼ਬਦ ਮਤਲਬ ਕੀ ਆ ਉਚਾਰੇ ਜਾਂਦੇ ਨੇ। ਬੋਲ ਕੇ ਦੇਖ ਲਿਓ, ਠੀਕ ਹੈ ਜੀ, ਤੁਸੀਂ ਇਹਨੂੰ। ਅਗਲਾ ਪ੍ਰਸ਼ਨ ਜੀ ਸਾਡਾ, ਅਸ਼ਟਧਿਆਈ ਜਿਹੜਾ ਹੈਗਾ ਜੀ ਪਾਣਿਨੀ ਦੁਆਰਾ ਲਿਖਿਆ ਹੋਇਆ ਸੰਸਕ੍ਰਿਤ ਦਾ ਪਹਿਲਾ ਗ੍ਰੰਥ ਹੈਗਾ, ਹੈ ਨਾ, ਮਤਲਬ। ਤਾਂ ਇਹਨੂੰ ਬਲੂਮਫੀਲਡ ਨੇ ਇੱਕ ਮਤਲਬ ਕਿ ਕਥਨ ਸੀਗਾ ਇਹਦਾ, ਮਤਲਬ ਅਜੀਤ ਸਿੰਘ ਜੋਸ਼ੀ ਦੀ ਬੁੱਕ 'ਚੋਂ ਸੀ ਇਹ ਪ੍ਰਸ਼ਨ, ਮੈਨੂੰ ਯਾਦ ਆ। ਮਾਨਵੀ ਸੂਝ, ਮੈਂ ਨਾ ਜਦੋਂ ਨੋਟਿਸ ਤਿਆਰ ਕਰਦਾ ਹੁੰਦਾ ਸੀਗਾ, ਮਤਲਬ ਮੈਂ ਲਿਖ ਦਿੰਦਾ ਹੁੰਦਾ ਸੀ ਕਿਹੜੀ ਬੁੱਕ ਦੇ ਵਿੱਚ ਇਹ ਕੁਐਸਚਨ ਦਿੱਤਾ ਹੋਇਆ। ਤੁਸੀਂ ਵੀ ਇਹ ਚੀਜ਼ ਨੂੰ ਅਪਣਾਇਓ, ਠੀਕ ਹੈ। ਮਾਨਵੀ ਸੂਝ ਦੀਆਂ ਯਾਦਗਾਰੀ ਸਿਰਜਣਾਵਾਂ ਵਿੱਚੋਂ ਇੱਕ ਹੈ। ਮਤਲਬ ਉਹ ਕਹਿੰਦੇ ਕਿ ਜਿਹੜਾ ਅਸ਼ਟਧਿਆਈ ਹੈਗਾ ਵਾ ਇਹ ਮਤਲਬ ਕੀ ਆ, ਬਹੁਤ ਵਧੀਆ ਜਿਹੜਾ ਗ੍ਰੰਥ ਹੈਗਾ, ਮਤਲਬ ਕੀ ਆ, ਕਾਫੀ ਸਮਾਂ ਪਹਿਲਾਂ ਮਤਲਬ ਪਹਿਲਾ ਗ੍ਰੰਥ ਜਿਹੜਾ ਲਿਖਿਆ ਗਿਆ, ਹੈ ਨਾ। ਤਾਂ ਮਾਨਵੀ ਸੂਝ ਜਿੱਥੋਂ ਸ਼ੁਰੂ ਹੁੰਦੀ ਹੈ ਅਤੇ ਉਹਦੀ ਇੱਕ ਬਹੁਤ ਵੱਡੀ ਯਾਦਗਾਰ ਹੈਗੀ ਹੈ। ਕਥਨ ਕਿਹਦਾ, ਇਹ ਬਲੂਮਫੀਲਡ ਦਾ। ਅਸ਼ਟਧਿਆਈ ਪਾਣਿਨੀ ਜਿਹੜੇ ਸੀਗੇ ਪੱਛਮੀ ਪੰਜਾਬ ਦੇ ਰਹਿਣ ਵਾਲੇ ਸੀਗੇ, ਮਤਲਬ ਉਹਨਾਂ ਦਾ ਜਿਹੜਾ ਜਿਵੇਂ ਕਹਿ ਦਈਏ ਪੱਛਮੀ ਪੰਜਾਬ ਦੇ ਜੰਪਲ ਸੀਗੇ ਆਪਣੇ ਪਾਕਿਸਤਾਨ ਦੇ। ਅੱਗੇ ਜੀ, ਕਾਵਿ ਤੱਤ ਜਿਹੜੇ ਹੈਗੇ ਨੇ, ਕਾਵਿ ਤੱਤਾਂ ਨੂੰ ਪਹਿਲੀ ਵਾਰੀ ਮਤਲਬ ਕੀ ਹੈ, ਜਿਵੇਂ ਅਲੰਕਾਰ ਵਗੈਰਾ ਹੋ ਗਏ, ਛੰਦ ਵਗੈਰਾ ਹੋ ਗਏ, ਵਿਆਕਰਨ ਦਾ ਅੰਗ ਮੰਨਿਆ, ਹੈ ਨਾ, ਪਹਿਲੀ ਵਾਰ। ਤਾਂ ਉਹ ਕੌਣ ਸੀਗੇ, ਬਿਹਾਰੀ ਲਾਲਪੁਰੀ ਜੀ, ਠੀਕ ਹੈ ਜੀ। ਇਹਨਾਂ ਨੇ ਬਿਹਾਰੀ ਲਾਲਪੁਰੀ ਜੀ ਨੇ ਨਾ ਵਿਆਕਰਨ ਦੇ 5 ਭਾਗ ਦੱਸੇ ਸੀ। ਵੈਸੇ ਉਹ 4 ਮੰਨਦੇ ਆ, ਇਹਨਾਂ ਨੇ ਮਤਲਬ ਕਿ 5ਵਾਂ ਭਾਗ ਜਿਹੜਾ ਵਾ ਇਹ ਸ਼ਾਮਲ ਕੀਤਾ ਸੀਗਾ। ਅੱਗੇ ਜੀ, ਪੰਜਾਬੀ ਭਾਸ਼ਾ ਦਾ ਮੁੱਢ ਵੱਜਿਆ ਸੰਸਕ੍ਰਿਤ ਤੋਂ।
ਪੰਜਾਬੀ ਭਾਸ਼ਾ ਦਾ ਮੁੱਢ ਜਿਹੜਾ ਵੱਜਾ ਵਾ ਉਹ ਸੰਸਕ੍ਰਿਤ ਤੋਂ ਵੱਜਾ। ਹੁਣ ਤੁਸੀਂ ਕਹੋਗੇ ਜੀ ਪ੍ਰਕਿਰਤ ਦੇ ਵਿੱਚੋਂ ਤਾਂ ਸੰਸਕ੍ਰਿਤ ਨਿਕਲੀ ਸੀਗੀ ਹੈ ਨਾ, ਤਾਂ ਮੁੱਢ ਇੱਥੇ ਦੇਖੋ ਪ੍ਰਸ਼ਨ ਵੀ ਮੁੱਢ ਵੱਜਾ ਹੈ ਨਾ, ਪੰਜਾਬੀ ਭਾਸ਼ਾ ਦਾ ਮੁੱਢ ਜਿਹੜਾ ਪਹਿਲੀ ਭਾਸ਼ਾ ਦੇਖੋ ਤੇਜਾ ਸਿੰਘ ਜੀ ਵੀ ਕਹਿੰਦੇ ਹੈਗੇ ਨੇ ਜੇ ਰਿਗਵੇਦ ਪੰਜਾਬ ਦੀ ਧਰਤੀ 'ਤੇ ਰਚਿਆ ਗਿਆ ਤਾਂ ਇੱਥੋਂ ਦੀ ਭਾਸ਼ਾ ਜਿਹੜੀ ਆ ਮਤਲਬ ਕੀ ਆ ਪੰਜਾਬੀ ਦਾ ਸੰਬੰਧ ਸੰਸਕ੍ਰਿਤ ਦੇ ਨਾਲ ਹੀ ਜੁੜਦਾ ਵਾ। ਦੇਖੋ ਇੱਕ ਕੋਈ ਟਕਸਾਲੀ ਜਾਂ ਮਤਲਬ ਜਿਵੇਂ ਕਹਿੰਦੇ ਸਰਵ ਪ੍ਰਮਾਣਿਤ ਭਾਸ਼ਾ ਤਾਂ ਸੰਸਕ੍ਰਿਤ ਹੀ ਸੀਗੀ ਜਿੱਥੋਂ ਹੋਂਦ ਸ਼ੁਰੂ ਹੋ ਗਈ, ਠੀਕ ਹੈ। ਪਹਿਲਾਂ ਪ੍ਰਕਿਰਤ ਜਿਹੜੀ ਆਮ ਭਾਸ਼ਾ ਲੋਕ ਬੋਲਦੇ ਸੀ ਉਹ ਇਸ਼ਾਰਿਆਂ ਦੀ ਕਹਿ ਸਕਦੇ ਆ ਜਾਂ ਮਤਲਬ ਕੀ ਆ ਸ਼ਾਰਟ ਹੈਂਡ ਕੁਛ ਵੀ ਕਹਿੰਦੇ ਹੋਣਗੇ ਤਾਂ ਉਹਨੂੰ ਪ੍ਰਕਿਰਤੀ ਦੁਆਰਾ ਬਖਸ਼ੀ ਹੋਈ ਕਹਾਂਗੇ। ਥੋੜ੍ਹੀ ਜਿਹੀ ਸਮਝ ਬੂਝ ਆਈ ਤਾਂ ਉਹਨਾਂ ਨੇ ਮਤਲਬ ਕੀ ਹੈ ਥੋੜ੍ਹੀ ਜਿਹੀ ਛਾਂਟ ਕਾਂਟ ਕਰ ਲਈ ਹੈ ਨਾ, ਜਿਵੇਂ ਮਤਲਬ ਗੁਰੂ ਅੰਗਦ ਦੇਵ ਜੀ ਨੇ ਮਤਲਬ ਕਿ ਅਰਧਨਾਗਰੀ ਨੂੰ ਛਾਂਟ ਕਾਂਟ ਕੇ ਮਤਲਬ ਕੀ ਆ ਇੱਕ ਤਰਤੀਬ ਦੇ ਦਿੱਤੀ। ਇਹ ਕੁਐਸਚਨ ਨੂੰ ਕੀ ਆ ਦਿਮਾਗ ਦੇ ਵਿੱਚ ਬਿਠਾ ਲਿਓ ਤੁਸੀਂ। ਅੱਗੇ ਜੀ ਲੋਕ ਸਭਾ, ਰਾਜ ਸਭਾ, ਪ੍ਰਧਾਨ ਮੰਤਰੀ, ਰਾਸ਼ਟਰਪਤੀ, ਇਹ ਤਤਸਮ ਸ਼ਬਦ ਹੈਗੇ ਨੇ ਜਿਹੜੇ ਆਏ ਹੋਏ ਨੇ, ਠੀਕ ਹੈ ਜੀ, ਪੰਜਾਬ ਵਿੱਚ ਆਏ ਹੋਏ ਨੇ ਹੈ ਨਾ। ਇਹ ਸੰਸਕ੍ਰਿਤ ਦੇ ਸ਼ਬਦ ਨੇ ਮਤਲਬ ਲੋਕ ਸਭਾ, ਰਾਜ ਸਭਾ। ਤੁਸੀਂ ਦੇਖੋਗੇ ਜਿਵੇਂ ਮੈਂ ਥੋੜ੍ਹੇ ਦਿਨ ਪਹਿਲਾਂ ਫਿਲਮ ਦੇਖਦਾ ਸੀ ਥੋੜ੍ਹੀ ਜਿਹੀ ਮੈਂ ਉਹ ਮਹਿਜੂਦੜੋ ਹੈ ਨਾ, ਤਾਂ ਉਹਦੇ ਵਿੱਚ ਜਿਹੜੇ ਇੱਦਾਂ ਦੇ ਸ਼ਬਦ ਜਿਹੜੇ ਨੇ ਵਰਤੇ ਹੋਏ ਨੇ। ਸਭਾ ਵਾਲਾ ਸ਼ਬਦ ਤੁਸੀਂ ਪੱਕਾ ਹੀ ਮੰਨ ਕੇ ਚਲੋ ਵੀ ਸੰਸਕ੍ਰਿਤ ਵਾਲਾ, ਠੀਕ ਹੈ ਜੀ। ਧਰਮ, ਕਰਮ, ਇਸ਼ਨਾਨ, ਉਸਤਤ, ਹਿੰਦੀ ਸ਼ਬਦਾਵਲੀ ਦੇ ਜਿਹੜੇ ਨੇ ਸ਼ਬਦ ਹੈਗੇ ਨੇ ਇਹ। ਅੱਗੇ ਅਰਬੀ ਇਸਲਾਮੀ ਧਾਰਮਿਕ ਭਾਸ਼ਾ ਸੀ, ਠੀਕ ਹੈ ਜੀ। ਅਰਬ ਦੀ ਜਿਹੜੀ ਅਰਬੀ ਲੋਕ ਸੀ ਉਹਨਾਂ ਦੀ ਅਰਬੀ ਇਸਲਾਮੀਆਂ ਦੀ ਧਾਰਮਿਕ ਭਾਸ਼ਾ ਸੀਗੀ, ਅਤੇ ਫਾਰਸੀ ਜਿਹੜੀ ਉਹਨਾਂ ਦੀ ਰਾਜਨੀਤਿਕ ਭਾਸ਼ਾ ਸੀਗੀ। ਇਸ ਨੂੰ ਵੀ ਤੁਸੀਂ ਨੋਟ ਕਰ ਲਿਓ, ਮਤਲਬ ਧਾਰਮਿਕ ਭਾਸ਼ਾ ਜਿਹੜੀ ਉਹਨਾਂ ਦੀ ਅਰਬੀ ਸੀਗੀ, ਜਿਵੇਂ ਕੁਰਾਨ ਸ਼ਰੀਫ ਅਰਬ ਦੇ ਵਿੱਚ ਲਿਖਿਆ ਗਿਆ, ਅਰਬੀ ਦੇ ਵਿੱਚ ਲਿਖਿਆ ਹੋਇਆ, ਠੀਕ ਹੈ। ਅਤੇ ਜਿਹੜੀ ਫਾਰਸੀ ਭਾਸ਼ਾ ਹੈਗੀ ਉਹਨਾਂ ਦੀ ਰਾਜਨੀਤਿਕ ਭਾਸ਼ਾ ਸੀਗੀ। ਸਾਡੇ ਮਹਾਰਾਜਾ ਰਣਜੀਤ ਸਿੰਘ ਜੀ ਸਮੇਂ ਦੀ ਜਿਹੜੀ ਸਰਕਾਰੀ ਭਾਸ਼ਾ ਸੀਗੀ ਉਹ ਫਾਰਸੀ ਹੀ ਸੀਗੀ, ਠੀਕ ਹੈ ਜੀ। ਅੱਗੇ ਜੀ ਉਰਦੂ ਜਿਹੜੀ ਹੈਗੀ ਆ ਰਾਜ ਪ੍ਰਬੰਧ ਦੀ ਸ਼ਬਦਾਵਲੀ ਅੱਜ ਵੀ ਸਾਡੀ ਜਿਹੜੀ ਬਹੁਤ ਹੀ ਹੈਗੀ ਆ ਕੋਰਟ ਨਾਲ ਸੰਬੰਧਿਤ, ਪੁਲਿਸ ਨਾਲ ਸੰਬੰਧਿਤ, ਪਟਵਾਰੀ ਨਾਲ ਸੰਬੰਧਿਤ, ਇਹ ਜਿਹੜੀ ਸ਼ਬਦਾਵਲੀ ਹੈਗੀ ਆ ਮਤਲਬ ਉਰਦੂ ਨਾਲ ਹੀ ਸੰਬੰਧਿਤ ਹੈਗੀ। ਜਿਵੇਂ ਵਸੀਕਾ ਨਵੀਸ਼ ਹੋ ਗਿਆ, ਮੁਕੱਦਮਾ ਹੋ ਗਿਆ, ਫੌਜਦਾਰੀ ਹੋ ਗਿਆ, ਪਜਾਮਾ ਹੋ ਗਿਆ, ਸਲਵਾਰ ਹੋ ਗਿਆ, ਠੀਕ ਹੈ ਜੀ, ਦੌਲਤਖਾਨਾ ਹੋ ਗਿਆ, ਮੁਰਗੀ ਖਾਨਾ ਹੋ ਗਿਆ, ਡਾਕਖਾਨਾ ਹੋ ਗਿਆ। ਮਤਲਬ ਇਹ ਜਿਹੜੇ ਸਾਰੇ ਸ਼ਬਦ ਨੇ ਇਹ ਕੀ ਆ ਉਰਦੂ ਨਾਲ ਸੰਬੰਧਿਤ ਹੈਗੇ ਨੇ। ਜਿਹੜੀ ਇੰਨੀ ਕੁ ਵੀਡੀਓ ਹੈ ਤੁਸੀਂ ਇਹ ਠੀਕ ਹੈ ਨਾ ਮਤਲਬ ਕਿ ਪੌਜ਼ ਕਰਕੇ ਥੋੜ੍ਹੀ ਜਿਹੀ ਲਿਖ ਲਿਓ, ਤੁਹਾਨੂੰ ਇਹ ਫਿਰ ਕਦੇ ਨਹੀਂ ਭੁੱਲਣਗੇ, ਠੀਕ ਹੈ ਜੀ। ਇਹੋ ਜਿਹੇ ਸ਼ਬਦ ਜਿਹੜੇ ਇੱਕ ਦੋ ਆ ਜਾਂਦੇ ਹੁੰਦੇ ਆ, ਜਿਵੇਂ ਪੁੱਛ ਲੈਂਦੇ ਹੁੰਦੇ ਆ ਕਿਹੜੀ ਭਾਸ਼ਾ ਦਾ ਸ਼ਬਦ ਆ, ਤੁਹਾਨੂੰ ਮਤਲਬ ਜਦੋਂ ਸਾਨੂੰ ਇੰਨਾ ਕੁ ਪੜ੍ਹ ਲਿਆ ਆਈਡੀਆ ਸਾਡੇ ਦਿਮਾਗ 'ਚ ਆ ਗਿਆ ਤਾਂ ਹੋਰ ਪ੍ਰਸ਼ਨ ਕੀ ਆ ਥੋੜ੍ਹੇ ਜਿਹੇ ਆਪਣੇ ਆਪ ਹੱਲ ਹੋ ਜਾਂਦੇ ਹੁੰਦੇ ਨੇ। ਅੱਗੇ ਜੀ ਦੇਖ ਲਿਓ ਜੀ ਨੋਟ, ਪੰਜਾਬੀ ਭਾਸ਼ਾ ਨੂੰ ਜ਼ੁਬਾਨ ਜਾਂ ਸਲੀਕਾ ਜਿਹੜਾ ਬਖਸ਼ਿਆ ਉਹ ਪੰਜਾਬੀ ਭਾਸ਼ਾ ਨੂੰ ਉਰਦੂ ਨੇ ਦਿੱਤਾ, ਠੀਕ ਆ। ਉਰਦੂ ਜਿਹੜੀ ਹੈਗਾ ਅਦਬ, ਅਦਬ ਕਹਿ ਦਿੰਦੇ ਆ ਉਰਦੂ ਦੇ ਵਿੱਚ, ਜਿਹਨੂੰ ਕਹਿੰਦੇ ਨੇ ਸਲੀਕਾ ਹੈ ਨਾ, ਮਤਲਬ ਜਿਹੜਾ ਅਦਬ ਆਪਾਂ ਨੂੰ ਦਿੱਤਾ ਨਾ ਪੰਜਾਬੀ ਭਾਸ਼ਾ ਨੂੰ ਉਹ ਉਰਦੂ ਨੇ ਹੀ ਦਿੱਤਾ, ਠੀਕ ਆ। ਅੰਗਰੇਜ਼ਾਂ ਨੇ ਆਉਣ ਸਾਰੇ ਇੱਥੇ ਉਰਦੂ ਚਲਾਈ, ਠੀਕ ਹੈ। ਉਰਦੂ ਨੂੰ ਮਤਲਬ ਮਾਨਤਾ ਦਿੱਤੀ। ਬਾਅਦ ਵਿੱਚ ਮੁਸਲਮਾਨ ਰਾਜ ਜਿਹੜੇ ਸੀਗੇ ਮਤਲਬ ਕਿ ਪਹਿਲਾਂ ਮੁਸਲਮਾਨ ਰਾਜ ਸੀਗਾ ਕਾਫੀ ਜ਼ਿਆਦਾ ਮੁਗਲ ਸਮਰਾਜ, ਠੀਕ ਹੈ, ਪਹਿਲਾਂ ਤੋਂ ਚੱਲਿਆ ਆਉਂਦਾ ਸੀਗਾ, ਤਾਂ ਉਹਨਾਂ ਨੇ ਉਹੀ ਭਾਸ਼ਾ ਜਿਹੜੀ ਹੈ ਮਤਲਬ ਕੀ ਹੈ ਪਹਿਲ ਦੇ ਆਧਾਰ 'ਤੇ ਅਪਣਾ ਲਈ ਸੀ, ਠੀਕ ਹੈ, ਅੰਗਰੇਜ਼ਾਂ ਨੇ ਮਤਲਬ। ਨਾਰਵੇਜੀ ਨਾਟਕਕਾਰ ਹੈਗਾ ਵਾ ਐਬਸਨ ਹੈਨਰਿਕ, ਪੂਰਾ ਨਾਮ ਇਹਦਾ ਹੈਗਾ ਜਿਹਦਾ ਆਪਾਂ ਜ਼ਿਕਰ ਕਰਦੇ ਹੈਗੇ ਬਰਨਾਰਡ ਅਤੇ ਐਬਸਨ, ਠੀਕ ਹੈ। ਬਰਨਾਰਡ ਜਿਹੜਾ ਸੀਗਾ ਮਤਲਬ ਐਬਸਨ ਨੂੰ ਹੀ ਆਪਣਾ ਗੁਰੂ ਮੰਨਦਾ ਸੀਗਾ, ਅਤੇ ਐਬਸਨ ਜਿਹੜਾ ਸੀਗਾ ਇਹਨੇ ਇਸਤਰੀ ਦੀ ਸਥਿਤੀ ਨੂੰ ਲੈ ਕੇ ਨਾਟਕ ਜਿਹੜੇ ਨੇ ਬੜੇ ਲਿਖੇ ਹੈਗੇ ਨੇ। ਮਤਲਬ ਇਹ ਚਲੋ ਆਪਣੇ ਹੈ ਨਹੀਂ ਗਾ ਸੰਬੰਧ ਨਹੀਂ ਰੱਖਦੇ ਗੇ, ਪਰ ਇਹਨਾਂ ਦਾ ਪ੍ਰਭਾਵ ਜਿਹੜਾ ਹੈਗਾ ਐਬਸਨ ਦਾ ਪ੍ਰਭਾਵ ਕਹਿ ਸਕਦੇ ਹਾਂ, ਬਰਨਾਰਡ ਸ਼ਾਹ ਦਾ ਜਿਹੜਾ ਵਾ ਪ੍ਰਭਾਵ ਜਿਹੜਾ ਵਾ ਪਿਆ ਹੋਇਆ ਹੈ ਨਾ। ਇੱਕ ਕੁਐਸਚਨ ਹੋਰ ਜੀ ਲੀਓ ਟੋਲਸਟਾਏ, ਠੀਕ ਹੈ। ਟੋਲਸਟਾਏ ਦਾ ਜਿਹੜਾ ਪ੍ਰਭਾਵ ਆ ਨਾਨਕ ਸਿੰਘ ਅਤੇ ਮਤਲਬ ਗੁਰਬਖਸ਼ ਸਿੰਘ ਪ੍ਰੀਤਲੀ 'ਤੇ ਪੂਰੀ ਤਰ੍ਹਾਂ ਨਾਲ ਪਿਆ ਹੋਇਆ ਸੀਗਾ। ਗੁਰਬਖਸ਼ ਸਿੰਘ ਅਤੇ ਨਾਨਕ ਸਿੰਘ 'ਤੇ ਪ੍ਰਭਾਵ ਸੀ ਟੋਲਸਟਾਏ ਦਾ। ਨਾਰਵੇ ਦਾ ਨਾਟਕਕਾਰ ਐਬਸਨ, ਜਿਹਨੂੰ ਮਤਲਬ ਕਿ ਬਰਨਾਰਡ ਆਪਣਾ ਕੀ ਹੈ ਜਿਵੇਂ ਕਹਿ ਦਈਏ ਗੁਰੂ ਜਾਂ ਉਸਤਾਦ ਜਿਹੜਾ ਵਾ ਮੰਨਦਾ ਸੀਗਾ, ਠੀਕ ਹੈ। ਅੱਗੇ ਜੀ ਉਧਾਲੀ ਹੋਈ ਕੁੜੀ ਕਪੂਰ ਸਿੰਘ ਘੁੰਮਣ ਦੀ ਹੈਗੀ ਆ, ਠੀਕ ਹੈ। 1952 ਦੇ ਵਿੱਚ ਛਪੀ ਸੀ, ਇਹ ਮੈਨੂੰ ਯਾਦ ਨਹੀਂ, ਮੈਂ ਆਪਦੀ ਸੋਚ ਦੇ ਮੁਤਾਬਕ ਹੀ ਲਿਖ ਲਿਆ। ਅਤੇ ਕਪੂਰ ਸਿੰਘ ਘੁੰਮਣ ਦੀ ਰਚਨਾ ਹੈਗੀ, ਇਹਦੇ ਮੁੱਖ ਪਾਤਰ ਕਰਤਾਰੋ ਹੈਗੀ ਆ, ਅਤੇ ਖਾੜਕੂ ਹੈਗੀ, ਅਤੇ ਸਲਮਾ ਅਤੇ ਥਾਣੇਦਾਰ, ਠੀਕ ਹੈ ਜੀ। ਜਿਹੜੀ ਇਹ ਇਕਾਂਗੀ ਸ਼ੁਰੂ ਹੁੰਦੀ ਹੈਗੀ ਆ ਇਹ ਮਤਲਬ ਕੀ ਆ ਕਰਤਾਰੋ ਜਾਂ ਖਾੜਕੂ ਦੇ ਦਰਮਿਆਨ ਸ਼ੁਰੂ ਹੁੰਦੀ ਹੈਗੀ ਆ, ਅਤੇ ਮਤਲਬ ਜਿਹੜੀ ਸਲਮਾ ਹੁੰਦੀ ਆ ਇਹ ਮਤਲਬ ਕੀ ਆ ਇੱਧਰ ਵਸੀ ਹੁੰਦੀ ਆ ਆਪਣੇ ਇੱਧਰਲੇ ਪੰਜਾਬ ਦੇ ਵਿੱਚ, ਜਾਂ ਮਤਲਬ ਕਿ ਇਹਨੂੰ ਥਾਣੇਦਾਰਾਂ ਦਾ ਕੰਮ ਕੀ ਸੀਗਾ, ਥਾਣੇਦਾਰ ਦਾ ਕੰਮ ਉਹਨੇ ਵਾਪਸ ਭੇਜਣਾ ਹੁੰਦਾ ਜਿਹੜੀਆਂ ਕੁੜੀਆਂ ਮਤਲਬ ਕੀ ਆ ਉਦੋਂ ਬਟਵਾਰੇ ਦੇ ਦੌਰਾਨ ਇੱਕ ਦੂਜੇ ਪਾਸੇ ਰਹਿ ਗਈਆਂ ਸੀਗੀਆਂ ਹੈ ਨਾ, ਤਾਂ ਕਈਆਂ ਦੇ ਬੱਚੇ ਵੀ ਹੋ ਜਾਂਦੇ ਸੀਗੇ। ਮਤਲਬ ਇਹ ਚੀਜ਼ਾਂ ਬੜੀਆਂ ਦੁੱਖਦਾਈ ਹੁੰਦੀਆਂ, ਕਾਫੀ ਨਾਟਕ ਇੱਦਾਂ ਦੇ ਪੜ੍ਹੇ ਜਾਂ ਕਹਾਣੀਆਂ ਪੜ੍ਹੀਆਂ ਹੋਈਆਂ ਨੇ। ਮਤਲਬ ਇੱਦਾਂ ਜਿਹੜੀ ਸਲਮਾ ਹੈਗੀ ਆ ਉਹਨੂੰ ਥਾਣੇਦਾਰ ਚੱਕਣ ਆਉਂਦਾ ਹੁੰਦਾ, ਥਾਣੇਦਾਰ ਮਤਲਬ ਕੀ ਆ ਲੈਣ ਆਉਂਦੇ ਹੁੰਦਾ ਵਾ, ਤਾਂ ਉਹ ਕਰਤਾਰੋ ਦੇ ਘਰੇ ਲੁਕੀ ਹੁੰਦੀ ਹੈ ਸ਼ਾਇਦ, ਅਤੇ ਉਹ ਨਾਲ ਕਰਤਾਰੋ ਨੂੰ ਵੀ ਲੈ ਜਾਂਦੇ ਹੁੰਦੇ ਆ। ਮਤਲਬ ਵੀ ਕਿਹੜੀ ਕਰਤਾਰੋ ਆ ਉਹ ਵੀ ਮਤਲਬ ਕੀ ਆ ਵੰਡ ਦੇ ਦੌਰਾਨ ਮਤਲਬ ਜਿਹੜੀ ਆ ਰਹੀ ਹੋਈ ਹੈਗੀ ਆ। ਮਤਲਬ ਇਹ ਉਧਾਲੀ ਹੋਈ ਕੁੜੀ ਦਾ ਦੁਖਾਂਤ ਜਿਹੜਾ ਵਾ ਇਹਨਾਂ ਦੇ ਦੁਆਲੇ ਕਰਤਾਰੋ ਅਤੇ ਸਲਮਾ ਦੇ ਦੁਆਲੇ ਹੀ ਘੁੰਮਦਾ ਹੈਗਾ। ਮਤਲਬ
ਮਰਨ ਰੁੱਤ ਜਿਹੜੀ ਕਹਾਣੀ ਹੈਗੀ ਹੈ ਦਲੀਪ ਕੌਰ ਟਿਵਾਣਾ ਦੀ ਹੈਗੀ ਹੈ ਜੀ। ਇਹਦੀ ਮੁੱਖ ਪਾਤਰ ਰਚਨਾ ਹੈਗੀ ਹੈ, ਮਤਲਬ ਘਰੋਂ ਤਿਆਰ ਹੋ ਕੇ ਜਾਂਦੀ ਆ ਅਰਵਿੰਦ ਨੂੰ ਆਪਣੇ ਪ੍ਰੇਮੀ ਨੂੰ ਮਿਲਣ ਜਾਂ ਆਪਣੇ ਮੰਗੇਤਰ ਨੂੰ ਮਿਲਣ ਜਾਂਦੀ ਆ, ਤਾਂ ਦੇਖਦੀ ਹੈਗੀ ਹੈ ਕਿ ਅਰਵਿੰਦ ਦੇ ਕਮਰੇ ਦੇ ਵਿੱਚ ਮਤਲਬ ਪਹਿਲਾਂ ਹੀ ਕੋਈ ਜਿਹੜੀ ਰਾਤ ਦੀ ਜਿਹੜੀ ਕੁੜੀ ਹੁੰਦੀ ਆ ਮਤਲਬ ਜਾਂ ਉਹਦੇ ਕਮਰੇ ਦੇ ਵਿੱਚ ਉਹ ਦੇਖਦੀ ਹੈ, ਤਾਂ ਮਤਲਬ ਉਹਨੂੰ ਬੜਾ ਮਾਯੂਸ ਹੁੰਦਾ ਵਾ ਸਾਵੇਂ ਉਸ ਘਰੋਂ, ਮਤਲਬ ਕੀ ਆ ਉਹਨੂੰ ਸਾਰਾ ਕੁਛ ਵਧੀਆ ਵਧੀਆ ਲੱਗਦਾ ਹੁੰਦਾ, ਮਾਂ ਨਾਲ ਵਧੀਆ ਗੱਲਬਾਤ ਕਰਕੇ ਤੁਰਦੀ ਹੈਗੀ ਆ, ਤਾਂ ਉਹਨੂੰ ਇੱਦਾਂ ਲੱਗਦਾ ਕਿ ਉਹਦੀ ਮਰਨ ਰੁੱਤ ਜਿਹੜੀ ਆ ਉਹ ਆ ਗਈ ਹੈ ਨਾ, ਮਤਲਬ ਉਹ ਜਦੋਂ ਉਹਦਾ ਵਿਸ਼ਵਾਸ ਡੋਲ ਜਾਂਦਾ ਮਤਲਬ ਅਰਵਿੰਦ ਦੇ ਉੱਤੋਂ। ਅੱਗੇ ਜੀ 27 ਜਨਵਰੀ ਜਿਹੜੀ ਕਹਾਣੀ ਹੈਗੀ ਆ, ਇਹਦਾ ਮੁੱਖ ਪਾਤਰ ਚਾਚਾ ਝੰਡੂ ਹੈਗਾ, ਨਾਨੂ ਹੈਗਾ। ਇਹ ਕੁਐਸਚਨ ਪਿਛਲੀ ਵਾਰੀ ਗਲਤ ਹੋ ਗਿਆ ਸੀਗਾ, ਮੈਨੂੰ ਬੜੀ ਤਰਾਸਦੀ ਹੈ ਇਹ ਚੀਜ਼ ਦੀ ਕਿ 27 ਜਨਵਰੀ ਉਹਨੇ 26 ਜਨਵਰੀ ਪਾਤਾ ਸੀਗਾ। ਗੁਰਮੁਖ ਸਿੰਘ ਮੁਸਾਫਿਰ ਦੀ ਹੈਗੀ ਆ, ਤਾਂ ਉਹ 1 ਨੰਬਰ ਜਿਹੜਾ ਸੀ ਸਾਰਿਆਂ ਨੂੰ ਹੀ ਮਿਲ ਗਿਆ ਸੀਗਾ, ਮਤਲਬ 1 ਤੋਂ 2 ਨੰਬਰ ਮਿਲੇ ਸੀਗੇ, 2 ਨੰਬਰ ਸਾਰਿਆਂ ਨੂੰ ਹੀ ਮਿਲ ਗਏ ਸੀਗੇ। ਅਤੇ ਇਹ ਕਦੇ ਵੀ ਨਾ ਇਹ ਸੋਚੋ ਵੀ ਤੁਹਾਨੂੰ ਨਾ ਉਹ ਮਿਲੂਗਾ, ਜਿਹੜਾ ਬੰਦਾ ਪੜ੍ਹਨ ਵਾਲਾ ਉਹ ਕਦੇ ਨਹੀਂ ਕਹੂਗਾ ਵੀ ਗ੍ਰੇਸ ਮਿਲੇ, ਕਿਉਂਕਿ ਗ੍ਰੇਸ ਜਿਹੜੀ ਆ ਉਹ 1 ਤੋਂ ਲੈ ਕੇ ਸਾਰਿਆਂ ਨੂੰ ਮਿਲ ਜਾਣੀ ਹੈ। ਹੁਣ ਜਿਹੜੇ ਬੱਚੇ ਪੜ੍ਹਨ ਵਾਲੇ ਰਹਿ ਗਏ ਹੋਣਗੇ 1 2 ਨੰਬਰ 'ਤੇ, ਮਤਲਬ ਉਹਨਾਂ ਨੂੰ 2 ਨੰਬਰ ਜਿਹੜੇ ਆ ਉਹੀ ਮਾਰ ਗਏ। ਠੀਕ ਆ ਜੀ, ਉਹ ਗੱਲਾਂ ਕਰਦੇ ਹੈਗੇ ਨੇ ਇੱਥੇ ਮੁੱਖ ਮੁੜਿਆ ਉਹ ਤੁਸੀਂ, ਠੀਕ ਆ ਜੀ, ਕਈਆਂ ਨੂੰ ਮੇਰੀ ਗੱਲ ਚੰਗੀ ਨਹੀਂ ਲੱਗਣੀ ਗੀ। 27 ਜਨਵਰੀ ਚਾਚਾ ਝੰਡੂ ਅਤੇ ਨਾਨੂ ਆਪਸ ਵਿੱਚ ਗੱਲਾਂ ਕਰਦੇ ਹੈਗੇ ਨੇ ਇਹ, ਹੈ ਨਾ। ਨੋਟ ਕੀ ਵੀ ਉੱਥੇ ਕੱਲ੍ਹ 26 ਜਨਵਰੀ ਨੂੰ ਉੱਥੇ ਸਟੇਜ ਲੱਗੀ ਸੀ ਜਾਂ ਉੱਥੇ ਫਲਾਨਾ ਆ ਕੇ ਖੜ੍ਹਾ ਸੀਗਾ, ਮਤਲਬ ਕਿ ਜੋ 26 ਜਨਵਰੀ ਦਾ ਹਾਲਾਤ ਹੈਗੇ ਮਤਲਬ ਇੱਕ ਦੂਜੇ ਨੂੰ ਬਿਆਨ ਕਰਦੇ ਆ। ਚਾਚਾ ਝੰਡੂ ਦੱਸਦਾ ਮੈਂ ਉੱਥੇ ਖੜ੍ਹਾ ਸੀਗਾ, ਨਾਨੂ ਇਹੋ ਹੀ ਇੱਕ ਦੂਜੇ ਨਾਲ ਗੱਲਾਂ ਕਰਦੇ ਹੈਗੇ ਨੇ। ਉਹ ਮਤਲਬ ਜਦੋਂ ਸਫਾਈ ਕਰਦੇ ਹੁੰਦੇ ਆ ਇਹ ਗਰਾਊਂਡ ਦੀ, ਮਤਲਬ ਕਿਉਂਕਿ ਦੂਜੇ ਦਿਨ ਸਫਾਈ ਕਰਨੀ ਹੁੰਦੀ ਹੈ, ਮਤਲਬ ਗੰਦ ਮੰਦ ਪੈ ਜਾਂਦਾ ਹੈ ਨਾ, ਮਤਲਬ ਕੀ ਹੈ 26 ਜਨਵਰੀ ਵਾਲੇ ਦਿਨ, ਤਾਂ ਆਪਣੇ ਮਨ ਨੂੰ ਉਹ ਤਸੱਲੀਆਂ ਜਿਹੀਆਂ ਦਿੰਦੇ ਹੁੰਦੇ ਆ ਮਤਲਬ ਇਹ। ਅੱਗੇ ਜੀ ਨਮਸਕਾਰ ਕਹਾਣੀ ਜਿਹੜੀ ਹੈ ਕੁਲਵੰਤ ਸਿੰਘ ਵਿਰਕ ਦੀ ਲਿਖੀ ਹੋਈ ਹੈ, ਇਹ ਅੰਗਰੇਜ਼ ਅਫਸਰ ਦੀ ਹੈਗੀ ਹੈ। ਇਹ ਇਹਨਾਂ ਦੇ ਆਪਣੀ ਕੁਲਵੰਤ ਸਿੰਘ ਵਿਰਕ ਨੇ ਆਪ ਜਦੋਂ ਫੌਜ ਦੇ ਵਿੱਚ ਸੀਗੇ ਤਾਂ ਉਹਨਾਂ ਨੇ ਸੱਚੀ ਕਹਾਣੀ ਦੇ ਆਧਾਰ 'ਤੇ ਲਿਖੀ ਹੋਈ ਹੈ ਮੈਨੂੰ ਲੱਗਦਾ ਇਹ। ਤਾਂ ਇੱਕ ਅੰਗਰੇਜ਼ ਅਫਸਰ ਜਿਹੜਾ ਹੈਗਾ ਮਤਲਬ ਉਹਨਾਂ ਨੂੰ ਚੰਗਾ ਲੱਗਦਾ ਸੀਗਾ, ਬਾਕੀ ਜਿਹੜੇ ਸੀ ਸਿੱਧੇ ਮੂੰਹ ਗੱਲ ਨਹੀਂ ਸੀ ਕਰਦੇ ਹੁੰਦੇ, ਜਾਂ ਮਤਲਬ ਕੀ ਆ ਭੇਦਭਾਵ ਦੀ ਮਤਲਬ ਕੀ ਆ ਦੇਖਦੇ ਹੁੰਦੇ ਸੀ ਨਜ਼ਰ ਦੇ ਨਾਲ। ਪਰ ਇੱਕ ਅੰਗਰੇਜ਼ ਅਫਸਰ ਦੇ ਇਹਨਾਂ ਨੇ ਜ਼ਿਕਰ ਕੀਤਾ ਜਿਹੜਾ ਮਤਲਬ ਕੀ ਆ ਹਮੇਸ਼ਾ ਉਹਨਾਂ ਨੂੰ ਨਮਸਕਾਰ ਕਰਦਾ ਹੁੰਦਾ ਸੀਗਾ, ਭਾਵ ਕੀ ਆ ਭੇਦਭਾਵ ਨਹੀਂ ਕਰਦਾ ਸੀਗਾ, ਅਤੇ ਉਹਨਾਂ ਨਾਲ ਮਤਲਬ ਮਿਲ ਵਰਤਣ ਦਾ ਵੀ ਆ। ਅਤੇ ਉਹਨੇ ਮੈਨੂੰ ਸ਼ਾਇਦ ਮੈਨੂੰ ਹੁਣ ਪੂਰੀ ਤਰ੍ਹਾਂ ਯਾਦ ਨਹੀਂ, ਬਹੁਤ ਟਾਈਮ ਪਹਿਲਾਂ ਦੀ ਪੜ੍ਹੀ ਹੋਈ ਆ ਕਹਾਣੀ, ਕਿ ਮਤਲਬ ਉਹਦੇ ਪਿੰਡ ਜਾਂ ਉਹਨਾਂ ਦੇ ਮੈਂ ਲੋਕਾਂ ਦੇ ਨਾਲ ਮਿਲ ਵਰਤਣਾ, ਪੰਜਾਬੀ ਲੋਕਾਂ ਨਾਲ ਉਹ ਪਸੰਦ ਕਰਦਾ ਸੀਗਾ। ਠੀਕ ਆ ਜੀ, ਧੰਨਵਾਦ ਜੀ ਬਹੁਤ ਤੋਂ ਬਹੁਤ ਸਾਰਿਆਂ ਦਾ। ਜੇ ਉਮੀਦ ਆ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਤਾਂ ਜੀ ਮਤਲਬ ਕੀ ਆ ਮੈਂ ਸ਼ੁਰੂ ਦੇ ਵਿੱਚ ਨਹੀਂ ਕਹਿੰਦਾ ਹੋਊਗਾ, ਕਿਉਂਕਿ ਮੈਂ ਇਹ ਚੀਜ਼ ਦਾ ਆਦੀ ਨਹੀਂ ਹੈਗਾ ਕਿ ਤੁਸੀਂ ਮੇਰੀ ਵੀਡੀਓ ਨੂੰ ਮਤਲਬ ਕੀ ਆ ਤੁਹਾਨੂੰ ਚੰਗੀ ਲੱਗਦੀ ਹੋਊ, ਕਿਉਂਕਿ ਜਿਹਨੂੰ ਚੰਗੀ ਲੱਗਣੀ ਆ ਠੀਕ ਆ ਜੀ ਉਹਨੇ ਕੁਛ ਨਾ ਕੁਛ ਇਹਦੇ ਵਿੱਚੋਂ ਕੱਢ ਹੀ ਲੈਣਾ ਵਾ, ਬਾਕੀ ਚੀਜ਼ ਛੱਡ ਦਿਆ ਕਰੋ, ਜਿੰਨਾ ਕੁ ਚੰਗਾ ਹੁੰਦਾ ਉਹ ਪੱਖ ਰੱਖ ਲਿਆ ਕਰੋ ਮਤਲਬ, ਹੈ ਨਾ। ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਜੀ।